ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਜ਼ਬਾਤੀ ਜ਼ਿੰਦਗੀ ਸਟੋਰੀਜ਼ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਨਵੀਂ ਤੇ ਵੱਖਰੀ ਜਿਹੀ ਕਹਾਣੀ ਸ਼ੂਗਰ ਡੈਡੀ ਦੇ ਨਾਲ ਹਾਜ਼ਰ ਹਾਂ ਤੇ ਉਮੀਦ ਕਰਦੀ ਹਾਂ ਕਿ ਪਸੰਦ ਵੀ ਜ਼ਰੂਰ ਆਵੇਗੀ। ਸਰ ਸੀਟ ਤਾਂ ਕੋਈ ਹੈ ਨਹੀਂ, ਸਾਡੇ ਕੋਲ ਤਾਂ ਬਸ ਸਲੀਪਰ ਹੀ ਹੈਗੇ। ਬੱਸ ਦਾ ਏਜੰਟ ਗੁਰਨਾਮ ਨੂੰ ਸਿਰ ਤੋਂ ਪੈਰਾਂ ਤੱਕ ਨਜ਼ਰ ਮਾਰ ਆਖਦਾ, ਪਰ ਗੁਰਨਾਮ ਨੂੰ ਉਸ ਦੀ ਗੱਲ ਦੀ ਸਮਝ ਨਹੀਂ ਸੀ ਆਈ। ਅੱਜ ਤੋਂ 7 ਕੁ ਸਾਲ ਪਹਿਲਾਂ ਉਹ ਜਦੋਂ ਚੰਡੀਗੜ੍ਹ ਪੜ੍ਹਦਾ ਹੁੰਦਾ ਸੀ, ਉਦੋਂ ਤਾਂ ਇਹਨਾਂ ਗੱਡੀਆਂ ਵਿੱਚ ਚੰਗੀਆਂ ਭਲੀਆਂ ਸੀਟਾਂ ਹੁੰਦੀਆਂ ਸਨ, ਪਰ ਅੱਜ ਇਹ ਕਹਿੰਦਾ ਕਿ ਸੀਟਾਂ ਹੈ ਹੀ ਨਹੀਂ। ਸਰ, ਮੇਰਾ ਮਤਲਬ ਕਿ ਹੁਣ ਸੀਟਾਂ ਉੱਤੇ ਸਾਰੀ ਰਾਤ ਬੈਠ ਇੰਨਾ ਲੰਮਾ ਸਫ਼ਰ ਕਰਨਾ ਕੋਈ ਪਸੰਦ ਨਹੀਂ ਕਰਦਾ। ਸਾਰੇ ਸਲੀਪਰ ਹੀ ਮੰਗਦੇ ਹਨ, ਖਾਸ ਤੌਰ 'ਤੇ ਸਟੂਡੈਂਟਸ। ਇਸੇ ਕਰਕੇ ਉਹ ਸ਼ਰਾਰਤੀ ਜਿਹਾ ਹਾਸਾ ਹੱਸਦਾ। ਗੁਰਨਾਮ ਥੱਕਿਆ ਜਿਹਾ ਹੋਣ ਕਰਕੇ ਦਿਨ ਨੂੰ ਜਾਣ ਦੀ ਥਾਂ ਰਾਤ ਨੂੰ ਚੱਲਣ ਵਾਲੀ ਬੱਸ ਵਿੱਚ ਸਫ਼ਰ ਕਰਨਾ ਚਾਹੁੰਦਾ ਸੀ, ਤਾਂ ਕਿ ਸਵੇਰ ਤੱਕ ਘਰ ਪਹੁੰਚ ਜਾਵੇ। ਉਸ ਨੂੰ ਸੀਟ ਉੱਤੇ ਬੈਠ ਕੇ ਹੀ ਸਫ਼ਰ ਕਰਨ ਦੀ ਆਦਤ ਹੈ, ਪਰ ਮਜਬੂਰੀ ਬਸ ਉਹ ਏਜੰਟ ਵੱਲ ਮੂਕ ਸਹਿਮਤੀ ਨਾਲ ਝਾਕਦਾ। ਠੀਕ ਹੈ, ਫਿਰ ਸਿੰਗਲ ਸਲੀਪਰ ਕਰ ਦਿਓ। ਸਰ, ਸਾਡੇ ਕੋਲ ਸਿਰਫ ਡਬਲ ਸਲੀਪਰ ਹੀ ਹਨ, ਸਿੰਗਲ ਕੋਈ ਨਹੀਂ ਹੈ। ਕੀ ਬਕਵਾਸ ਹੈ ਇਹ? ਗੁਰਨਾਮ ਖਿਝ ਪਿਆ। ਸੀਟ ਨਹੀਂ ਹੈ ਤਾਂ ਚਲੋ ਠੀਕ ਹੈ, ਪਰ ਹੁਣ ਤੁਸੀਂ ਕਹਿ ਰਹੇ ਹੋ ਕਿ ਸਿੰਗਲ ਸਲੀਪਰ ਵੀ ਨਹੀਂ ਹੈ, ਸਿਰਫ ਡਬਲ ਸਲੀਪਰ ਹੈ। ਇਸ ਦਾ ਭਲਾ ਕੀ ਮਤਲਬ ਹੋਇਆ? ਮਗਰ ਕੋਈ ਇਕੱਲਾ ਸਫ਼ਰ ਕਰ ਰਿਹਾ ਤਾਂ ਕੀ ਉਸ ਨੂੰ ਇੱਕ ਦੀ ਨਹੀਂ 2 ਜਣਿਆਂ ਦੀ ਖਰੀਦਣੀ ਪਵੇਗੀ ਥਾਂ? ਜੀ ਸਰ, ਲੈਣਾ ਤਾਂ ਤੁਹਾਨੂੰ ਡਬਲ ਸਲੀਪਰ ਹੀ ਪਵੇਗਾ, ਤੇ ਜੇ ਚਾਹੋ ਤਾਂ ਸ਼ੇਅਰਿੰਗ ਵਿੱਚ ਵੀ ਲੈ ਸਕਦੇ ਹੋ। ਸ਼ੇਅਰਿੰਗ ਮਤਲਬ? ਉਹ ਹੈਰਾਨ ਹੋਇਆ। ਏਜੰਟ ਉਸ ਵੱਲ ਇਸ ਤਰ੍ਹਾਂ ਝਾਕਿਆ ਜਿਵੇਂ ਉਸ ਦੇ ਸਾਹਮਣੇ ਬ੍ਰਾਂਡਡ ਕੱਪੜਿਆਂ ਵਿੱਚ ਸਜਿਆ ਉਹ ਕੋਈ ਝੱਲਾ ਜਿਹਾ ਬੰਦਾ ਹੋਵੇ। ਸਰ, ਇਹਨਾਂ ਬੱਸਾਂ ਵਿੱਚ ਕੇਵਲ ਸਟੂਡੈਂਟ ਹੀ ਜ਼ਿਆਦਾ ਸਫ਼ਰ ਕਰਦੇ ਹਨ, ਖਾਸ ਤੌਰ 'ਤੇ ਵੀਕਐਂਡ 'ਤੇ ਸਟੂਡੈਂਟ ਵਿਚਾਰਿਆਂ ਕੋਲ ਪੈਸੇ ਤਾਂ ਜ਼ਿਆਦਾ ਹੁੰਦੇ ਨਹੀਂ, ਇਸ ਲਈ ਉਹ ਸਭ ਸ਼ੇਅਰਿੰਗ ਨਾਲ ਹੀ ਕੰਮ ਚਲਾ ਲੈਂਦੇ ਹਨ। ਵੀਕਐਂਡ 'ਤੇ ਤਾਂ ਇਹਨਾਂ ਸਟੂਡੈਂਟ ਸਵਾਰੀਆਂ ਦੀ ਇੰਨੀ ਭੀੜ ਹੁੰਦੀ ਆ ਕਿ ਹਰ ਵੋਲਵੋ ਕੋਚ ਨੂੰ ਡਬਲ ਸਲੀਪਰ ਕੋਚ ਬਣਾ ਦਿੱਤਾ ਗਿਆ ਹੈ। ਸੀਟਾਂ ਸੂਟਾਂ ਸਭ ਖਤਮ, ਬਸ ਚਾਂਦੀ ਹੀ ਚਾਂਦੀ। ਗੁਰਨਾਮ ਨੂੰ ਲੱਗਾ ਜਿਵੇਂ 7 ਸਾਲਾਂ ਵਿੱਚ ਭਾਰਤ 70 ਸਾਲ ਦੀ ਛਾਲ ਮਾਰ ਅਗਾਂਹ ਵੱਧ ਗਿਆ ਹੋਇਆ ਹੈ। ਉਹ ਪਤਾ ਨਹੀਂ ਕੀ ਭੁਲੇਖਾ ਸਿਰਜ ਕੇ ਕੈਨੇਡਾ ਤੋਂ ਭੱਜ ਕੇ ਵਾਪਸ ਭਾਰਤ ਆਇਆ ਸੀ। ਸਰ ਜੀ, ਲੈਣਾ ਸਲੀਪਰ ਕਿ ਅਸੀਂ ਦੇ ਦਈਏ ਕਿਸੇ ਹੋਰ ਨੂੰ? ਏਜੰਟ ਨੇ ਉਸ ਨੂੰ ਦੁਚਿੱਤੀ ਵਿੱਚ ਵੇਖ ਹਲੂਣਾ ਜਿਹਾ ਦਿੱਤਾ। ਠੀਕ ਹੈ ਵੀਰੇ, ਕਰ ਦੇ ਫਿਰ ਇੱਕ ਡਬਲ ਸਲੀਪਰ ਹੀ। ਉਹ ਬੇਦਲੀ ਨਾਲ ਬੋਲਿਆ। ਸਰ, ਸਿੰਗਲ ਹੀ ਸਫ਼ਰ ਕਰੋਗੇ ਕਿ ਸ਼ੇਅਰਿੰਗ ਵਿੱਚ? ਨਹੀਂ, ਸਿੰਗਲ ਹੀ। ਫਿਰ ਤਾਂ ਫੁੱਲ ਪੇਮੈਂਟ ਕਰਨੀ ਪਵੇਗੀ ਸਰ। ਠੀਕ ਹੈ, ਕੋਈ ਗੱਲ ਨਹੀਂ। ਆਖਦਿਆਂ ਗੁਰਨਾਮ ਨੇ ਉਨੇ ਹੀ ਪੈਸੇ ਏਜੰਟ ਨੂੰ ਫੜਾ ਦਿੱਤੇ ਜਿੰਨੇ ਉਸ ਕਿਹਾ ਸੀ, ਤੇ ਆਪ ਏਜੰਟ ਦੇ ਹੀ ਕਮਰੇ ਵਿੱਚ ਇੱਕ ਪਾਸੇ ਪਏ ਸੋਫੇ ਜਿਹੇ 'ਤੇ ਬੈਠ ਗਿਆ। ਸਭ ਸਵਾਰੀਆਂ ਆ ਜਾਣ ਤਾਂ ਫਿਰ ਚੱਲਾਂਗੇ, ਆਖ ਕੇ ਏਜੰਟ ਹੋਰ ਸਵਾਰੀਆਂ ਲੱਭਣ ਲਈ ਬਾਹਰ ਤੁਰ ਗਿਆ। ਹੌਲੀ ਹੌਲੀ ਉਹ ਕਮਰਾ ਜੀਨ ਟੀ-ਸ਼ਰਟ ਵਾਲੀਆਂ ਸੁਬਕ ਸੋਹਲ ਕੁੜੀਆਂ, ਸਟਾਈਲਿਸ਼ ਲੰਮੇ ਵਾਲਾਂ ਵਾਲੇ ਮੁੰਡਿਆਂ ਤੇ ਜਿਮ ਵਿੱਚ ਕਸੀਆਂ ਦੇਹਾਂ ਵਾਲੇ ਸੁਡੌਲ ਜਵਾਨਾਂ ਨਾਲ ਭਰ ਗਿਆ। ਉਹਨਾਂ ਨੂੰ ਗੁਰਨਾਮ ਵਾਂਗ ਟਿਕਟਾਂ ਤੇ ਸਲੀਪਰਾਂ ਲਈ ਖਿੱਚ ਨਹੀਂ ਕਰਨੀ ਪਈ। ਸ਼ਾਇਦ ਉਹਨਾਂ ਦਾ ਸਭ ਪਹਿਲਾਂ ਹੀ ਆਨਲਾਈਨ ਫਿਕਸ ਹੋ ਚੁੱਕਾ ਸੀ। ਚਲੋ ਸਰ, ਤੁਹਾਨੂੰ ਤੁਹਾਡੀ ਬੱਸ ਵਿੱਚ ਚੜ੍ਹਾ ਦਈਏ, ਆਖਦੇ ਏਜੰਟ ਨੇ ਸਭ ਸਵਾਰੀਆਂ ਨੂੰ ਇੱਕ ਪਾਸੇ ਖੜੀ ਗਹਿਰੇ ਕਾਲੇ ਸ਼ੀਸ਼ਿਆਂ ਉੱਤੇ ਪਰਦੇ ਲਟਕੇ ਹੋਈ ਸ਼ੋਖ ਰੰਗ ਦੀ ਬੱਸ ਵੱਲ ਤੋਰ ਦਿੱਤਾ। ਬਾਹਰ ਰਾਤ ਪੂਰੀ ਕਾਲੀ ਸੀ, ਪਰ ਆਸ-ਪਾਸ ਦੀਆਂ ਰੌਸ਼ਨੀਆਂ ਨੇ ਦਿਨ ਵਰਗਾ ਚਾਨਣ ਕਰ ਰੱਖਿਆ ਹੋਇਆ ਸੀ। ਏਸੀ ਬੱਸ ਹੋਣ ਕਰਕੇ ਸ਼ੀਸ਼ੇ ਪੂਰੀ ਤਰ੍ਹਾਂ ਬੰਦ ਸਨ ਤੇ ਪਰਦੇ ਖਿੱਚੇ ਹੋਏ। ਮੁੰਡੇ ਕੁੜੀਆਂ ਬੱਸ ਦੇ ਬਾਹਰ ਖੜੇ ਮਸਤੀ ਵਿੱਚ ਗੱਲਾਂ ਕਰਦੇ, ਠਹਾਕੇ ਮਾਰਦੇ ਬੇਫਿਕਰ ਘੁੰਮ ਰਹੇ ਸਨ, ਤੇ ਕੁਝ ਬੱਸ ਦੁਆਲੇ ਲੱਗੀ ਭੀੜ ਤੋਂ ਥੋੜ੍ਹਾ ਦੂਰ ਹਨੇਰੇ ਜਿਹੇ ਵਿੱਚ ਸਿਗਰਟਾਂ ਵਰਗਾ ਕੁਝ ਫੂਕ ਰਹੇ ਸਨ। ਹੌਲੀ ਹੌਲੀ ਸਵਾਰੀਆਂ ਬੱਸ ਅੰਦਰ ਆਪੋ ਆਪਣੇ ਸਲੀਪਰਾਂ ਅੰਦਰ ਵੜਨ ਲੱਗੀਆਂ। ਉੱਪਰਲੇ ਸਲੀਪਰਾਂ ਵਿੱਚ ਬੈਠਣ ਲਈ ਮੁੰਡੇ ਕੁੜੀਆਂ ਨੂੰ ਇਵੇਂ ਚੁੱਕ ਕੇ ਉਛਾਲ ਰਹੇ ਸਨ ਜਿਵੇਂ ਬਾਸਕਟਬਾਲ ਖੇਡਦਿਆਂ ਬਾਲ ਨੂੰ ਉਛਾਲ ਕੇ ਬਾਸਕਟ ਵਿੱਚ ਸੁੱਟਿਆ ਜਾਂਦਾ। ਕੁੜੀਆਂ ਨਿੱਕੀਆਂ ਨਿੱਕੀਆਂ ਪੌੜੀਆਂ ਚੜ੍ਹਦੀਆਂ ਖਿੜਖਿੜਾ ਕੇ ਹੱਸ ਰਹੀਆਂ ਸਨ। ਬੱਸ ਵਿੱਚ ਜਵਾਨੀ ਤੇ ਖੂਬਸੂਰਤੀ ਦਾ ਮੇਲਾ ਜਿਹਾ ਲੱਗ ਗਿਆ ਸੀ। 6 ਸਾਲ ਬਾਅਦ ਗੁਰਨਾਮ ਕੈਨੇਡਾ ਤੋਂ ਇੰਡੀਆ ਆਇਆ ਸੀ। PR ਮਿਲ ਜਾਣ ਦੇ ਬਾਅਦ ਵੀ ਉਸ ਦੀ ਕੰਪਨੀ ਉਸ ਨੂੰ 2 ਮਹੀਨੇ ਘਰ ਛੁੱਟੀਆਂ ਕੱਟਣ ਲਈ ਪਰਮਿਸ਼ਨ ਨਹੀਂ ਸੀ ਦੇ ਰਹੀ, ਪਰ ਇੱਧਰ ਘਰੋਂ ਉਸ ਦੇ ਵਿਆਹ ਲਈ ਜ਼ੋਰ ਪੈ ਰਿਹਾ ਸੀ।
तेरे दादा जी बहुत बीमार रहन लग पे हैं बेटा, ज़्यादा वक्त नहीं उन्हां कोल। इक्को चाह है उन्हां दा तेरा विआह वेखण दा, घट्टो घट्ट उन्हां दी खाहिश तां पूरी कर लै। मम्मी कोल हुण यही तरीका रह गया सी उसनूं मनाउण दा। तेरा पापा विचारा तां ये खाहिश दिल विच लैके ही चला गया। मम्मी दी गल सुण गुरनाम दे सीने चों डूंगा हौंका निकल गया। उसकी कन्वोकेशन वेले मम्मी पापा दोवें आए सन कैनेडा। बड़े चाह नाल उसने उन्हां दोनों नूं कैनेडा घुमाया। ਉਹ ਤਾਂ ਰੀਝ ਨਾਲ ਗਏ ਸਨ ਇੰਨੇ ਖੂਬਸੂਰਤ ਸ਼ਹਿਰ ਤੇ ਉੱਥੋਂ ਦੀਆਂ ਸਮਾਰਟ ਕੁੜੀਆਂ ਨੂੰ ਵੇਖ ਕੇ। ਬੇਟਾ ਤੂੰ ਇੱਥੇ ਹੀ ਆਪਣੇ ਹਾਨ ਜੋੜ ਦੀ ਕੋਈ ਸੋਹਣੀ ਜਿਹੀ ਕੁੜੀ ਲੱਭੀ ਆਪਣੇ ਲਈ, ਪਰ ਹੋਵੇ ਬਸ ਪੰਜਾਬਣ। ਮਾਂ ਨੇ ਅੱਖਾਂ ਵਿੱਚ ਚਮਕ ਭਰ ਕੇ ਕਿਹਾ ਤਾਂ ਪਾਪਾ ਹੱਸ ਪਏ ਸਨ। ਉਹ ਭਲੀਏ ਲੋਕੇ, ਉਸ ਦੀ ਮਰਜ਼ੀ ਵੀ ਤਾਂ ਪੁੱਛ ਲੈ ਜਿਸ ਨੇ ਵਿਆਹ ਕਰਾਉਣਾ, ਕੀ ਪਤਾ ਉਸਨੇ ਪਹਿਲਾਂ ਹੀ ਕੋਈ। ਪਾਪਾ ਮੁੱਛਾਂ ਵਿੱਚ ਮੁਸਕਰਾਏ ਸਨ। पर 6 ਸਾਲ ਕੈਨੇਡਾ ਵਿੱਚ ਗੁਜ਼ਾਰਨ ਬਾਅਦ ਗੁਰਨਾਮ ਸਮਝ ਗਿਆ ਸੀ ਕਿ ਉਹ ਅਗਰ ਚੈਨ ਨਾਲ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਤਾਂ ਵਿਆਹ ਉਸਨੂੰ ਇੰਡੀਆ ਵਿੱਚ ਆਪਣੇ ਹੀ ਸ਼ਹਿਰ ਦੀ ਕਿਸੇ ਕੁੜੀ ਨਾਲ ਕਰਨਾ ਚਾਹੀਦਾ। ਐਸਾ ਨਹੀਂ ਸੀ ਕਿ ਉਸਦੇ ਅੰਦਰ ਜਵਾਨ ਹੋ ਰਹੀਆਂ ਖਾਹਿਸ਼ਾਂ ਦੀ ਮੂੰਹ ਜ਼ੋਰੀ ਨੇ ਉਸਨੂੰ ਕੈਨੇਡਾ ਵਿੱਚ ਮਸਤੀ ਲਈ ਨਹੀਂ ਸੀ ਭਰਮਾਇਆ, ਜਾਂ ਉਹ ਕੋਈ ਸਾਧੂ ਸੰਤ ਸੁਭਾਅ ਦਾ ਮੁੰਡਾ ਸੀ ਜਿਹੜਾ ਉਸ ਉਮਰ ਦੀਆਂ ਸ਼ੈਤਾਨੀਆਂ ਤੇ ਮਸਤੀਆਂ ਦਾ ਖਾਹਿਸ਼ਮੰਦ ਨਹੀਂ ਸੀ ਰਿਹਾ। ਉਹ ਵੀ ਸਭ ਨਾਰਮਲ ਮੁੰਡਿਆਂ ਵਾਂਗ ਜ਼ਿੰਦਗੀ ਦੇ ਸਾਰੇ ਰੋਗ ਹੰਢਾ ਰਿਹਾ ਸੀ, ਪਰ ਉਸਦੇ ਕੁਝ ਅਸੂਲ ਸਨ ਤੇ ਇਹ ਅਸੂਲ ਉਸਦੇ ਅੰਦਰ ਉਸਦੇ ਦਾਦਾ ਜੀ ਦੇ ਪ੍ਰਭਾਵ ਵਜੋਂ ਆਏ ਸਨ। ਉਹ ਮਸਤੀ ਉੱਥੇ ਹੀ ਕਰਦਾ ਸੀ ਜਿੱਥੇ ਕੋਈ ਮਸਤੀ ਕਰਨ ਲਈ ਆਪ ਚੱਲ ਕੇ ਉਸ ਕੋਲ ਆਉਂਦਾ ਸੀ। ਉਹ ਆਪ ਕਿਸੇ ਦਾ ਤਲਬਗਾਰ ਨਹੀਂ ਸੀ ਬਣਿਆ ਕਦੀ। ਕਈ ਕੁੜੀਆਂ ਤਾਂ ਉਸ ਨਾਲ ਜੁੜਨ ਲਈ ਬੇਕਰਾਰ ਸਨ, ਪਰ ਉਸਨੇ ਸੰਜੀਦਗੀ ਨਾਲ ਕਿਸੇ ਨੂੰ ਆਪਣੀ ਹੱਦ ਵਿੱਚ ਦਾਖਲ ਨਹੀਂ ਸੀ ਹੋਣ ਦਿੱਤਾ। ਇੰਡੀਆ ਆਉਣ ਲੱਗਿਆ ਉਸਦੇ ਜਿਗਰੀ ਯਾਰ ਵਿਕਰਮ, ਜੋ ਕਿ ਚੰਡੀਗੜ੍ਹ ਦਾ ਹੀ ਰਹਿਣ ਵਾਲਾ ਸੀ, ਉਸਨੇ ਆਪਣੇ ਘਰਦਿਆਂ ਲਈ ਕੁਝ ਤੋਹਫੇ ਉਸਦੇ ਹੱਥ ਭੇਜੇ ਸਨ ਤੇ ਜ਼ੋਰ ਦੇ ਕੇ ਕਿਹਾ ਸੀ ਕਿ ਉਹ ਆਪ ਉਸਦੇ ਘਰ ਜਾ ਕੇ ਉਹ ਸਮਾਨ ਵੀ ਦੇਵੇ ਤੇ ਉਸਦੇ ਘਰਦਿਆਂ ਨੂੰ ਵੀ ਮਿਲੇ। ਦਰਅਸਲ ਵਿਕਰਮ ਦੀ ਇੱਕ ਜਵਾਨ ਭੈਣ ਸੀ ਤੇ ਉਹ ਗੁਰਨਾਮ ਦੇ ਸੁਭਾਅ ਤੇ ਚਰਿੱਤਰ ਤੋਂ ਵਾਕਿਫ ਸੀ। ਇਸੇ ਲਈ ਉਹ ਚਾਹੁੰਦਾ ਸੀ ਕਿ ਜੇਕਰ ਉਸਦੀ ਭੈਣ ਨਾਲ ਉਸਦੀ ਗੱਲ ਬਣ ਜਾਏ ਤਾਂ ਚੰਗਾ ਹੋ ਜਾਵੇਗਾ। ਅੱਜ ਗੁਰਨਾਮ ਉਸਦੇ ਘਰਦਿਆਂ ਨੂੰ ਮਿਲ ਕੇ ਵਾਪਸ ਜਾ ਰਿਹਾ ਸੀ, ਪਰ ਉਹ ਗੱਲ ਨਹੀਂ ਸੀ ਹੋ ਸਕੀ ਜੋ ਉਸਦਾ ਦੋਸਤ ਤੇ ਉਸਦੇ ਘਰ ਵਾਲੇ ਚਾਹੁੰਦੇ ਸਨ। ਉਸਦੇ ਰਿਸ਼ਤੇ ਬਾਰੇ ਕੋਈ ਗੱਲ ਕਰਦਾ ਤਾਂ ਮੰਮੀ ਫਖਰ ਜਿਹਾ ਕਰਦੀ ਆਖਦੀ, ਮੇਰੇ ਮੁੰਡੇ ਨੂੰ ਤਾਂ ਉੱਥੇ ਇੰਨੀਆਂ ਚੰਗੀਆਂ ਸੋਹਣੀਆਂ ਖੱਟਦੀਆਂ ਕਮਾਉਂਦੀਆਂ ਕੁੜੀਆਂ ਅੱਗੇ ਪਿੱਛੇ ਫਿਰਦੀਆਂ ਰਹਿੰਦੀਆਂ ਨੇ। ਮੰਮੀ ਨੇ ਆਪ ਵੇਖਿਆ ਹੋਇਆ ਸੀ ਕਿ ਜਦੋਂ ਗੁਰਨਾਮ ਕੈਨੇਡਾ ਵਿੱਚ ਅਜੇ ਸਟੂਡੈਂਟ ਹੀ ਸੀ, ਉਦੋਂ ਵੀ ਕਿੰਨੀਆਂ ਹੀ ਕੁੜੀਆਂ ਉਸਦੇ ਘਰੇ ਗੇੜਾ ਮਾਰਨ ਆ ਜਾਂਦੀਆਂ ਸਨ, ਬਹਾਨੇ ਬਣਾ ਬਣਾ ਕੇ। ਮੰਮਾ, ਉੱਥੇ ਇਹ ਸਭ ਬੜੀ ਆਮ ਗੱਲ ਆ। ਮੁੰਡੇ ਕੁੜੀਆਂ ਦੋਸਤਾਂ ਵਾਂਗ ਇਕੱਠੇ ਰਹਿੰਦੇ, ਇੱਕ ਦੂਜੇ ਦੇ ਘਰ ਆਉਂਦੇ ਜਾਂਦੇ ਨੇ। ਇਹਨਾਂ ਗੱਲਾਂ ਨੂੰ ਕੋਈ ਮਹੱਤਵ ਨਹੀਂ ਦਿੰਦਾ ਉੱਥੇ। ਸਭ ਆਪੋ ਆਪਣੇ ਘਰਾਂ ਤੋਂ ਦੂਰ ਹੋਣ ਕਰਕੇ ਇੱਕ ਦੂਜੇ 'ਚੋਂ ਹੀ ਰਿਸ਼ਤੇ ਤੇ ਸਹਾਰੇ ਲੱਭਦੇ ਹਨ। ਸਾਡੇ ਘਰ ਆਉਣ ਵਾਲੀਆਂ ਕੁੜੀਆਂ ਵੀ ਉਹੋ ਜਿਹੀਆਂ ਦੋਸਤ ਹੀ ਸਨ, ਹੋਰ ਕੁਝ ਨਹੀਂ। ਉਹ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਤੇ ਉਹ ਤੇਰੇ ਜਿਮ ਦੀ ਓਨਰ ਦੀ ਧੀ ਸ਼ਿਲਪੀ, ਉਹ ਤਾਂ ਤੇਰੀ ਦੋਸਤ ਨਹੀਂ ਸੀ? ਫਿਰ ਉਸਦੇ ਪਿਓ ਨੇ ਸਾਨੂੰ ਆਪਣੇ ਘਰ ਖਾਣੇ ਤੇ ਕਿਉਂ ਬੁਲਾਇਆ ਸੀ? ਗੁਰਨਾਮ ਦੇ ਕੋਲ ਮਾਂ ਦੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ। ਹੈਰਾਨ ਤਾਂ ਉਹ ਉਦੋਂ ਆਪ ਵੀ ਹੋਇਆ ਸੀ ਜਦ ਉਸਦੇ ਮੰਮੀ ਪਾਪਾ ਦਾ ਕੈਨੇਡਾ ਆਉਣ ਬਾਰੇ ਸੁਣ ਸੰਧੂ ਸਾਹਿਬ ਬਿਨਾਂ ਕਿਸੇ ਝਿਜਕ ਜਾਂ ਸੰਕੋਚ ਤੋਂ ਉਸਦੇ ਮਾਮੂਲੀ ਜਿਹੇ ਬੇਸਮੈਂਟ ਵਾਲੇ ਕਮਰੇ ਵਿੱਚ ਆ ਗਿਆ ਸੀ, ਉਹਨਾਂ ਨੂੰ ਆਪਣੇ ਘਰ ਖਾਣੇ 'ਤੇ ਇਨਵਾਈਟ ਕਰਨ ਲਈ। ਦਰਅਸਲ ਇੰਨੇ ਵੱਡੇ ਜਿਮ ਓਨਰ ਦੀ ਕੱਲੀ ਕੱਲੀ ਧੀ ਸੀ ਸ਼ਿਲਪੀ, ਪੂਰੀ ਤਰ੍ਹਾਂ ਕੈਨੇਡੀਅਨ ਕਲਚਰ ਨੂੰ ਪਰਣਾਈ ਹੋਈ। ਆਜ਼ਾਦ ਰਹਿਣ ਸਹਿਣ, ਖੁੱਲ੍ਹਾ ਡੁੱਲਾ ਸੁਭਾਅ ਤੇ ਸਿੱਧਾ ਸਪਾਟ ਅੰਦਾਜ਼, ਵੈਸਾ ਹੀ ਜੈਸਾ ਉਸ ਆਜ਼ਾਦ ਦੇਸ਼ ਵਿੱਚ ਪੈਦਾ ਹੋਏ ਬੱਚਿਆਂ ਦਾ ਹੁੰਦਾ। ਸੰਧੂ ਸਾਹਿਬ ਬੇਸ਼ੱਕ 30-40 ਸਾਲ ਤੋਂ ਕੈਨੇਡਾ ਰਹਿ ਰਹੇ ਸਨ, ਪਰ ਫਿਰ ਵੀ ਉਸਦੇ ਅੰਦਰਲੇ ਪੰਜਾਬੀ ਦੀ ਰਵਾਇਤੀ ਅਣਖ ਉਵੇਂ ਹੀ ਕਾਇਮ ਸੀ। ਸ਼ਿਲਪੀ ਦੀਆਂ ਸ਼ੌਖੀਆਂ ਤੇ ਚੜ੍ਹਦੀ ਉਮਰ ਦੀਆਂ ਆਜ਼ਾਦੀਆਂ ਨੇ ਉਸ ਨੂੰ ਪਰੇਸ਼ਾਨੀਆਂ ਵਿੱਚ ਪਾ ਦਿੱਤਾ ਸੀ। ਹਰ ਪੰਜਾਬੀ ਪਿਓ ਵਾਂਗ ਉਹ ਵੀ ਚਾਹੁੰਦਾ ਸੀ ਕਿ ਉਸਦੀ ਧੀ ਕਿਸੇ ਪੰਜਾਬੀ ਮੁੰਡੇ ਨਾਲ ਹੀ ਵਿਆਹ ਕਰੇ। ਗੁਰਨਾਮ ਜਿਮ ਜਾਣ ਦਾ ਸ਼ੌਕੀਨ ਸੀ, ਇਸ ਲਈ ਉਸਨੇ ਆਪਣੇ ਏਰੀਏ ਦੇ
ਉਸੇ ਜਿਮ ਦੀ ਮੈਂਬਰਸ਼ਿਪ ਲੈ ਰੱਖੀ ਹੋਈ ਸੀ ਜਿਸ ਦਾ ਮਾਲਕ ਸੰਧੂ ਸੀ। ਉਹ ਹਰ ਰੋਜ਼ ਗੁਰਨਾਮ ਨੂੰ ਵੇਖਦਾ ਤਾਂ ਸੋਚਣ ਲੱਗ ਪੈਂਦਾ ਕਿ ਜੇਕਰ ਇਹ ਸੋਹਣਾ ਸੁਨੱਖਾ ਮੁੰਡਾ ਉਸ ਦਾ ਦਮਾਦ ਬਣ ਜਾਵੇ ਤਾਂ ਕਿੰਨਾ ਚੰਗਾ ਹੋ ਜਾਵੇ। ਹੌਲੀ ਹੌਲੀ ਉਸਨੇ ਗੁਰਨਾਮ ਨਾਲ ਆਪਣਾਪਨ ਵਧਾਉਣਾ ਸ਼ੁਰੂ ਕਰ ਦਿੱਤਾ। ਉਹ ਅਜੇ ਨਵਾਂ ਹੀ ਸੀ ਕੈਨੇਡਾ ਵਿੱਚ ਜਦ ਇੱਕ ਦਿਨ ਸੰਧੂ ਸਾਹਿਬ ਨੇ ਉਸਨੂੰ ਕਿਹਾ, ਬੇਟਾ ਕੱਲ੍ਹ ਦੀਵਾਲੀ ਆ, ਤੁਸੀਂ ਘਰ ਤੋਂ ਦੂਰ ਹੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਡੇ ਘਰ ਆ ਕੇ ਡਿਨਰ ਕਰੋ। ਸਾਨੂੰ ਵੀ ਚੰਗਾ ਲੱਗੇਗਾ ਅਤੇ ਤੁਹਾਨੂੰ ਵੀ ਆਪਣੇ ਘਰ ਦੀ ਕਮੀ ਮਹਿਸੂਸ ਨਹੀਂ ਹੋਵੇਗੀ। ਗੁਰਨਾਮ ਸੰਧੂ ਸਾਹਿਬ ਦੀ ਮਨਸ਼ਾ ਨਹੀਂ ਸੀ ਜਾਣਦਾ, ਇਸ ਲਈ ਆਪਣੇ ਦੋਸਤ ਵਿਕਰਮ ਨੂੰ ਨਾਲ ਲੈ ਕੇ ਸੰਧੂ ਹਾਊਸ ਚਲਾ ਗਿਆ ਜਿੱਥੇ ਉਸਦੀ ਜਵਾਨ ਧੀ ਸ਼ਿਲਪੀ ਵੀ ਮੌਜੂਦ ਸੀ। ਪਰ ਸੰਧੂ ਸਾਹਿਬ ਦੀ ਲੱਖ ਕੋਸ਼ਿਸ਼ ਦੇ ਬਾਅਦ ਵੀ ਸ਼ਿਲਪੀ ਨੇ ਗੁਰਨਾਮ ਵੱਲ ਕੋਈ ਦਿਲਚਸਪੀ ਨਹੀਂ ਸੀ ਵਿਖਾਈ। ਉਹਦੀ ਖਾਹਿਸ਼ ਤੇ ਸੁਪਨਿਆਂ ਦੀ ਆਪਣੀ ਸਿਰਜੀ ਇੱਕ ਵੱਖਰੀ ਹੀ ਦੁਨੀਆ ਸੀ ਜੋ ਉੱਥੋਂ ਦੇ ਜੰਪਲ ਬੱਚਿਆਂ ਨੂੰ ਵਿਰਸੇ ਵਿੱਚ ਮਿਲਦੀ ਹੈ ਤੇ ਫਿਰ ਉਹੀ ਕਲਚਰਲ ਕਲੈਸ਼ ਦਾ ਕਾਰਨ ਬਣਦੀ ਹੈ। ਜਦੋਂ ਕਨਵੋਕੇਸ਼ਨ ਅਟੈਂਡ ਕਰਨ ਲਈ ਗੁਰਨਾਮ ਦੇ ਮੰਮੀ ਪਾਪਾ ਕੈਨੇਡਾ ਆਏ ਸਨ ਤਾਂ ਸੰਧੂ ਨੇ ਇੱਕ ਵਾਰ ਫਿਰ ਕੋਸ਼ਿਸ਼ ਕਰਨ ਲਈ ਉਹਨਾਂ ਨੂੰ ਆਪਣੇ ਘਰ ਦਾਵਤ 'ਤੇ ਬੁਲਾ ਲਿਆ, ਪਰ ਨਤੀਜਾ ਉਸ ਵਾਰ ਵੀ ਬੇਫਲ ਹੀ ਰਿਹਾ ਸੀ। ਨਾ ਸ਼ਿਲਪੀ ਨੇ ਤੇ ਨਾ ਹੀ ਗੁਰਨਾਮ ਨੇ ਇਸ ਪਾਸੇ ਕੋਈ ਦਿਲਚਸਪੀ ਵਿਖਾਈ। ਅਖੀਰ ਸੰਧੂ ਸਾਹਿਬ ਨੇ ਵੀ ਹਾਰ ਕਬੂਲ ਕਰ ਲਈ। ਇਹਨਾਂ 6 ਸਾਲਾਂ ਵਿੱਚ ਗੁਰਨਾਮ ਨੇ ਕੈਨੇਡਾ ਦੇ ਹਰ ਰੰਗ ਵੇਖ ਲਏ ਸਨ। ਉਸ ਦੀ ਕਿਸਮਤ ਚੰਗੀ ਸੀ ਜਾਂ ਪਲੈਨਿੰਗ, ਉਸ ਨੂੰ ਪੜ੍ਹਾਈ ਦੇ ਨਾਲ ਨਾਲ ਹੀ ਵਰਕ ਪਰਮਿਟ ਮਿਲ ਜਾਣ ਬਾਅਦ ਇੱਕ ਚੰਗੀ ਕੰਪਨੀ ਵਿੱਚ ਪਾਰਟ ਟਾਈਮ ਕੰਮ ਮਿਲ ਗਿਆ ਸੀ ਅਤੇ ਪੜ੍ਹਾਈ ਖਤਮ ਹੁੰਦੇ ਸਾਰ ਉਹ ਉਸੇ ਕੰਪਨੀ ਵਿੱਚ ਫੁੱਲ ਟਾਈਮ ਜੌਬ ਕਰਨ ਲੱਗ ਪਿਆ। ਉਸ ਦੇ ਪਾਪਾ ਜਦੋਂ ਜਿਉਂਦੇ ਸਨ ਤਾਂ ਅਕਸਰ ਉਸ ਨੂੰ ਫੋਨ 'ਤੇ ਪੁੱਛਦੇ, ਪੁੱਤਰ ਵਿਆਹ ਦਾ ਕੁਝ ਸੋਚਿਆ ਤੂੰ? ਉੱਥੇ ਹੀ ਕਰਨਾ ਜਾਂ ਇੱਧਰ ਦੇਖੀਏ, ਅਸੀਂ ਕੋਈ ਸੋਹਣੀ ਜਿਹੀ ਕੁੜੀ ਤੇਰੇ ਲਈ। ਪਾਪਾ ਸੋਹਣੀ ਹੋਵੇ ਜਾਂ ਨਾ ਹੋਵੇ ਕੋਈ ਫਰਕ ਨਹੀਂ ਪੈਣਾ, ਪਰ ਐਸੀ ਹੋਵੇ ਜੋ ਤੁਹਾਡੀ ਸੇਵਾ ਕਰ ਸਕੇ, ਉਹ ਸੰਜੀਦਗੀ ਨਾਲ ਆਖਦਾ। ਉਹ ਛੱਡ ਪੁੱਤਰਾ, ਸਾਡੇ ਨਾਲ ਮਖੌਲ ਕਰਨਾ, ਤੂੰ ਉਸ ਨੂੰ ਕਿਹੜਾ ਬੁੱਢਿਆਂ ਕੋਲ ਛੱਡ ਦੇਣਾ ਸੇਵਾ ਕਰਨ ਲਈ? ਸੇਵਾ ਤਾਂ ਉਹ ਤੇਰੀ ਕਰੂ ਤੇਰੇ ਨਾਲ ਜਾ ਕੇ। ਸੁਣ ਗੁਰੂ ਬੇਟਾ, ਮੰਮੀ ਪਾਪਾ ਦੇ ਹੱਥੋਂ ਫੋਨ ਫੜ ਲੈਂਦੀ, ਤੂੰ ਉੱਥੇ ਹੀ ਆਪਣੇ ਲਈ ਚੰਗੀ ਜਿਹੀ ਕੋਈ ਸੋਹਣੀ ਜਿਹੀ ਕੁੜੀ ਲੱਭ ਲੈ, ਸਾਡੀ ਫਿਕਰ ਨਾ ਕਰ, ਅਸੀਂ ਇੱਕ ਦੂਜੇ ਨੂੰ ਸੰਭਾਲ ਲਵਾਂਗੇ। ਤੂੰ ਬਸ ਆਪਣੇ ਭਵਿੱਖ ਬਾਰੇ ਸੋਚ, ਤੈਨੂੰ ਐਸੀ ਜੀਵਨ ਸਾਥਣ ਮਿਲੇ ਜੋ ਤੇਰਾ ਹੱਥ ਵਟਾਵੇ ਤੇ ਤੇਰਾ ਘਰ-ਬਾਰ ਵੀ ਸੰਭਾਲੇ। ਉਹ ਜਾਣਦਾ ਸੀ ਕਿ ਮੰਮੀ ਕੀ ਸੁਪਨੇ ਵੇਖ ਰਹੀ ਹੈ, ਇੰਪੋਰਟਡ ਨੂੰ ਤੇ ਅੰਗਰੇਜ਼ੀ ਨੂੰਹਾਂ ਪੋਤਿਆਂ ਪੋਤੀਆਂ ਦੇ, ਪਰ ਉਹ ਮਾਂ ਨੂੰ ਸਮਝਾਉਂਦਾ, ਮੰਮੀ ਇੱਥੇ ਵਿਆਹ ਦਾ ਕਲਚਰ ਵੈਸਾ ਨਹੀਂ ਜਿਵੇਂ ਇੰਡੀਆ ਦਾ, ਨਾ ਹੀ ਬੱਚਿਆਂ ਦਾ ਪਾਲਣ ਪੋਸ਼ਣ ਜਾਂ ਉਹਨਾਂ ਦੀ ਪੜ੍ਹਾਈ ਡਿਸਿਪਲਨ ਉਸ ਤਰ੍ਹਾਂ ਸਿਖਾਇਆ ਜਾਂਦਾ ਜਿਵੇਂ ਉੱਥੇ। ਇੱਥੇ ਤਾਂ ਕੋਈ ਆਪਣੇ ਬੱਚੇ ਨੂੰ ਉੱਚੀ ਆਵਾਜ਼ ਵਿੱਚ ਡਾਂਟ ਨਹੀਂ ਸਕਦਾ। ਪਤਨੀ ਨਾਲ ਤਲਾਕ ਹੋਣ ਦੀ ਨੌਬਤ ਆ ਜਾਵੇ ਤਾਂ ਬੰਦਾ ਕੰਗਾਲ ਹੋ ਕੇ ਰਹਿ ਜਾਂਦਾ। ਵੇ ਫਿੱਟੇ ਮੂੰਹ ਤੇਰਾ, ਮੰਮੀ ਨੇ ਝਿੜਕਿਆ, ਵਿਆਹ ਅਜੇ ਹੋਇਆ ਨਹੀਂ, ਤੂੰ ਤਲਾਕ ਦਾ ਪਹਿਲਾਂ ਸੋਚਣ ਲੱਗ ਪਿਆ। ਪਰ ਸੱਚ ਇਹੀ ਸੀ ਕਿ ਉਹ ਕੈਨੇਡਾ ਵਿੱਚ ਵਿਆਹ ਦੇ ਹਸ਼ਰ ਤੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਤਰੀਕਿਆਂ ਨਾਲ ਬਿਲਕੁਲ ਸਹਿਮਤ ਨਹੀਂ ਸੀ। ਇਸੇ ਲਈ ਘਰਦਿਆਂ ਵੱਲੋਂ ਵਿਆਹ ਦਾ ਜ਼ੋਰ ਪੈਣ ਕਰਕੇ ਉਹ ਇੰਡੀਆ ਹੀ ਆ ਗਿਆ ਸੀ। ਲਓ ਆ ਗਿਆ ਮੈਂ ਇੱਥੇ ਹੀ, ਕਰ ਲਓ ਜਿਸ ਨਾਲ ਕਰਾਉਣਾ ਚਾਹੁੰਦੇ ਹੋ ਮੇਰਾ ਵਿਆਹ, ਮੈਂ ਤਿਆਰ ਹਾਂ। ਉਸਨੇ ਮੰਮੀ ਨੂੰ ਆਖ ਹੀ ਦਿੱਤਾ ਸੀ। ਆਪਣੇ ਦੋਸਤ ਦੇ ਘਰ ਚੰਡੀਗੜ੍ਹ ਉਹ ਜੋ ਸੋਚ ਕੇ ਗਿਆ ਸੀ ਉਹ ਵੀ ਬਸ ਭਰਮ ਹੀ ਨਿਕਲਿਆ। ਉਸ ਨੂੰ ਲੱਗਾ ਕਿ ਕੈਨੇਡਾ ਹੋਵੇ ਜਾਂ ਚੰਡੀਗੜ੍ਹ, ਵਕਤ ਸਭ ਪਾਸੇ ਇੱਕੋ ਜਿਹੀ ਗਤੀ ਨਾਲ ਬਦਲਿਆ ਹੈ। ਪਰ ਫਿਰ ਵੀ ਪਤਾ ਨਹੀਂ ਉਸ ਦੇ ਮਨ ਵਿੱਚ ਇਹ ਭਰਮ ਅਜੇ ਤੱਕ ਕਿਵੇਂ ਬਣਿਆ ਹੋਇਆ ਸੀ ਕਿ ਉਸ ਦੇ ਸ਼ਹਿਰ ਦੇ ਲੋਕ ਅਜੇ ਤੱਕ ਉਸ ਖਿਆਲ ਨਾਲ ਜੁੜੇ ਹੋਏ ਹਨ ਜਿੱਥੇ ਮਾਵਾਂ ਆਪਣੀਆਂ ਧੀਆਂ ਨੂੰ ਹਰ ਹਾਲ ਵਿੱਚ ਆਪਣੇ ਸਹੁਰੇ ਪਰਿਵਾਰ ਵਿੱਚ ਇੱਜ਼ਤ ਮਾਣ ਨਾਲ ਵਸਦੇ ਰਹਿਣ ਦੀਆਂ ਨਸੀਹਤਾਂ ਕਰਦੀਆਂ ਹਨ। ਉਸ ਨੂੰ ਯਾਦ ਆਈ ਆਪਣੇ ਮਾਮੇ ਦੀ ਧੀ ਕੰਚਨ ਦੀ ਬੜੀ ਦੇਰ ਪਹਿਲਾਂ ਦੀ ਗੱਲ। ਕੰਚਨ ਦੇ ਵਿਆਹ ਦੇ ਤੁਰੰਤ ਬਾਅਦ ਹੀ ਉਸ ਦੇ ਸਹੁਰੇ ਪਰਿਵਾਰ ਨਾਲ ਕਲੇਸ਼ ਪੈਣਾ ਸ਼ੁਰੂ ਹੋ ਗਿਆ ਸੀ। ਕੁਝ ਉਹ ਆਪਣੇ ਘਰੋਂ ਸੌਖੀ ਹੋਣ ਕਰਕੇ ਜ਼ਿਆਦਾ ਹੀ ਲਾਡਲੀ ਸੀ ਅਤੇ ਕੁਝ ਉਸ ਦਾ ਪਤੀ ਆਪਣੀਆਂ ਆਵਾਰਗੀਆਂ ਕਰਕੇ ਬੇਲਗਾਮ ਤੇ ਬੇਸਮਝ ਸੀ। ਇਸ ਕਾਰਨ ਦੋਵੇਂ ਇੱਕ ਦੂਜੇ ਨਾਲ ਲੜਦੇ ਰਹਿੰਦੇ। ਗੱਲ ਤਲਾਕ ਤੱਕ ਪੁੱਜ ਗਈ ਤੇ ਕੰਚਨ ਸਹੁਰਾ ਘਰ ਛੱਡ ਕੇ ਪੇਕਿਆਂ ਦੇ ਆ ਗਈ ਸੀ। ਫਿਰ ਪਤਾ ਨਹੀਂ ਕਿਵੇਂ
ਰਿਸ਼ਤੇਦਾਰਾਂ ਨੇ ਵਿੱਚ ਪੈ ਕੇ ਮਾਮਲਾ ਸੰਭਾਲ ਲਿਆ ਤੇ ਕੰਚਨ ਦਾ ਘਰ ਵਾਲਾ ਵੀ ਆ ਕੇ ਕਹਿਣ ਲੱਗਾ, ਮੈਂ ਮੁਆਫੀ ਮੰਗਦਾ ਜੀ, ਕੋਸ਼ਿਸ਼ ਕਰਾਂਗਾ ਕਿ ਮੈਂ ਵੀ ਆਪਣੀਆਂ ਆਦਤਾਂ ਸੁਧਾਰਾਂ। ਅੱਗੇ ਤੋਂ ਕੰਚਨ ਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ। ਸਭ ਰਿਸ਼ਤੇਦਾਰਾਂ ਨੇ ਸਮਝਾ ਬੁਝਾ ਕੇ ਕੰਚਨ ਨੂੰ ਉਸ ਦੇ ਨਾਲ ਤੋੜ ਦਿੱਤਾ ਸੀ। ਉਹਨਾਂ ਦਾ ਘਰ ਟੁੱਟਣੋਂ ਬਚ ਗਿਆ ਸੀ। ਗੁਰਨਾਮ ਸੋਚਣ ਲੱਗਾ, ਇਹੀ ਤਾਂ ਖੂਬਸੂਰਤੀ ਹੈ ਸਾਡੇ ਕਲਚਰ ਦੀ। ਇੱਥੇ ਵਿਆਹ ਸ਼ਾਦੀਆਂ ਨੂੰ ਇੱਕੋ ਝਟਕੇ ਵਿੱਚ ਤੋੜ ਦੇਣਾ ਆਸਾਨ ਨਹੀਂ ਹੁੰਦਾ। ਇੱਥੇ ਦੋਸਤ, ਰਿਸ਼ਤੇਦਾਰ, ਆਂਢ ਗੁਆਂਢ, ਮਾਂ-ਬਾਪ, ਸਮਾਜ, ਕਿੰਨਾ ਕੁਝ ਜੁੜਿਆ ਹੁੰਦਾ ਤਾਣੇ ਬਾਣੇ ਵਾਂਗ। ਕਿਉਂਕਿ ਵਿਆਹ ਸ਼ਾਦੀ ਕੇਵਲ ਮੁੰਡੇ ਕੁੜੀ ਦਾ ਆਪੋ ਵਿੱਚ ਰਿਸ਼ਤਾ ਨਹੀਂ ਹੁੰਦਾ, ਸਗੋਂ ਪਰਿਵਾਰਾਂ, ਪਿੰਡਾਂ, ਮੁਹੱਲਿਆਂ, ਬਰਾਦਰੀਆਂ ਦਾ ਜਾਲ ਹੁੰਦਾ, ਜਿਸ ਨੂੰ ਤੋੜਨਾ ਆਸਾਨ ਨਹੀਂ ਹੁੰਦਾ। ਤਾਂ ਹੀ ਸ਼ਾਦੀਆਂ ਲੰਮੀਆਂ ਨਿਭਦੀਆਂ ਹਨ ਤੇ ਉਸ ਨੂੰ ਆਪਣੇ ਇਸੇ ਕਲਚਰ 'ਤੇ ਮਾਣ ਸੀ। ਸਰ, ਗੱਡੀ ਵਿੱਚ ਆ ਜਾਓ, ਚੱਲਣ ਵਾਲੀ ਆ, ਬਸ 2 ਸਵਾਰੀਆਂ ਆ ਰਹੀਆਂ। ਕੰਡਕਟਰ ਦੇ ਕਹਿਣ 'ਤੇ ਗੁਰਨਾਮ ਬੱਸ ਵਿੱਚ ਚੜ੍ਹ ਆਪਣੇ ਘੁਰਨੇ ਵਰਗੇ ਸਲੀਪਰ ਅੰਦਰ ਆ ਵੜਿਆ। ਅੱਗੇ ਪਿੱਛੇ ਨਜ਼ਰ ਮਾਰ ਉਸ ਵੇਖਿਆ, ਥੱਲੇ ਦੀ ਲਾਈਨ ਵਾਲੇ ਤੇ ਉੱਪਰਲੇ ਸਾਰੇ ਸਲੀਪਰਾਂ ਦੇ ਸ਼ਟਰ ਬੰਦ ਕਰਕੇ ਸਵਾਰੀਆਂ ਨੇ ਪਰਦੇ ਤਾਣ ਦਿੱਤੇ ਹੋਏ ਸਨ। ਇਹਨਾਂ ਸਲੀਪਰਾਂ ਅੰਦਰ ਨੌਜਵਾਨ ਮੁੰਡੇ ਕੁੜੀਆਂ ਜੋ ਇੱਥੇ ਚੰਡੀਗੜ੍ਹ ਦੇ ਕਾਲਜਾਂ ਵਿੱਚ ਪੜ੍ਹਾਈਆਂ ਕਰ ਰਹੇ ਤੇ ਹਰ ਮਹੀਨੇ ਘਰ ਜਾਣ ਦਾ ਕੋਈ ਨਾ ਕੋਈ ਬਹਾਨਾ ਬਣਾ ਹੀ ਲੈਂਦੇ ਹਨ। ਉਹ ਸਾਰੇ ਡਬਲ ਸ਼ੇਅਰਿੰਗ ਸੁਵਿਧਾ ਦਾ ਪੂਰਾ ਟਰੈਵਲ ਆਨੰਦ ਮਾਣ ਰਹੇ ਸਨ। ਗੁਰਨਾਮ ਕੋਲੋਂ ਆਪਣੇ ਸਲੀਪਰ ਦੀਆਂ ਬਾਰੀਆਂ ਬੰਦ ਨਹੀਂ ਸਨ ਹੋ ਸਕੀਆਂ, ਕਿਉਂਕਿ ਬਾਰੀਆਂ ਦੇ ਸ਼ੀਸ਼ੇ ਪੂਰੀ ਤਰ੍ਹਾਂ ਫਿਕਸ ਹੋਣ ਕਰਕੇ ਉਸ ਨੂੰ ਘੁਟਨ ਹੋ ਰਹੀ ਸੀ। ਤਦੇ ਕੰਡਕਟਰ ਉਸ ਕੋਲ ਆ ਬੋਲਿਆ, ਸਰ, ਇੱਕ ਸਵਾਰੀ ਹੈ, ਅਗਰ ਤੁਸੀਂ ਉਸ ਨਾਲ ਸਲੀਪਰ ਸ਼ੇਅਰ ਕਰ ਸਕੋ ਤਾਂ ਮੈਂ ਉਸ ਨੂੰ ਬਿਠਾ ਲਵਾਂ। ਉਹ ਬਹੁਤ ਮਜਬੂਰ ਹੈ ਘਰ ਜਾਣ ਲਈ। ਗੁਰਨਾਮ ਨੇ ਵੇਖਿਆ, ਕੰਡਕਟਰ ਦੇ ਪਿੱਛੇ ਇੱਕ ਨੌਜਵਾਨ ਕੁੜੀ ਹੁੱਡੀ ਵਿੱਚ ਪਤਲਾ ਜਿਹਾ ਚਿਹਰਾ ਫਸਾਈ ਖੜੀ ਮਾਸੂਮੀਅਤ ਨਾਲ ਉਸ ਵੱਲ ਵੇਖ ਰਹੀ ਸੀ। ਉਸ ਦੀਆਂ ਅੱਖਾਂ ਜਿਵੇਂ ਇਲਤਜਾ ਕਰ ਰਹੀਆਂ ਹੋਣ। ਪਤਾ ਨਹੀਂ ਉਹਨਾਂ ਅੱਖਾਂ ਦਾ ਮਾਸੂਮ ਜਾਦੂ ਸੀ ਜਾਂ ਉਸ ਦੀ ਮਜਬੂਰੀ ਕਿ ਗੁਰਨਾਮ ਇੱਕ ਪਾਸੇ ਨੂੰ ਸਿਮਟ ਕੇ ਬੈਠ ਗਿਆ। ਕੁੜੀ ਬਿਨਾਂ ਕੁਝ ਬੋਲੇ ਉਸੇ ਸਲੀਪਰ ਅੰਦਰ ਦੂਜੇ ਸਿਰੇ ਵੱਲ ਸਿਮਟ ਕੇ ਬੈਠ ਗਈ। ਸਰ, ਤੁਸੀਂ ਜੋ ਕਿਰਾਇਆ ਦਿੱਤਾ ਹੈ ਉਹਦੇ 'ਚੋਂ ਮੈਂ ਅੱਧਾ ਤੁਹਾਨੂੰ ਵਾਪਸ ਕਰ ਦਿੰਦਾ ਹਾਂ ਤੇ ਅੱਧਾ ਇਹ ਮੈਡਮ ਦੇਣਗੇ। ਬਾਕੀ ਸਫ਼ਰ ਤੁਸੀਂ ਗੱਲਾਂ ਬਾਤਾਂ ਕਰਦੇ ਕੱਟ ਹੀ ਦੇਣਾ। ਆਖਦਾ ਕੰਡਕਟਰ ਪੈਸਿਆਂ ਦਾ ਲੈਣ ਦੇਣ ਖਤਮ ਕਰ ਲਾਪਰਵਾਹੀ ਜਿਹੀ ਨਾਲ ਅੱਗੇ ਜਾ ਕੇ ਡਰਾਈਵਰ ਵਾਲੇ ਕੈਬਿਨ ਵਿੱਚ ਬੈਠ ਗਿਆ ਤੇ ਜਾਂਦੇ ਜਾਂਦੇ ਆਪਣੇ ਪਿੱਛੇ ਦਾ ਦਰਵਾਜ਼ਾ ਵੀ ਉਸਨੇ ਭੀੜ ਕੇ ਬੰਦ ਕਰ ਦਿੱਤਾ। ਪੂਰੀ ਗੱਡੀ ਵਿੱਚ ਕਿਤੇ ਹਾਸਾ ਛਣਕ ਰਿਹਾ ਸੀ, ਕਿਤੇ ਕੋਈ ਗਾਣਾ ਗੂੰਜ ਰਿਹਾ ਸੀ, ਕਿਤੇ ਗੱਲਾਂ ਦੀ ਸਰਸਰਾਹਟ ਤੇ ਕਿਤੇ ਖਾਮੋਸ਼ੀ। ਪਰ ਸਲੀਪਰ ਸਾਰੇ ਬੰਦ, ਜਿਵੇਂ ਕੰਟੇਨਰ ਬੰਦ ਹੁੰਦੇ ਹਨ। ਬਸ ਇੱਕ ਗੁਰਨਾਮ ਵਾਲਾ ਸਲੀਪਰ ਖੁੱਲ੍ਹਾ ਸੀ ਤੇ ਪਰਦਾ ਵੀ ਇੱਕ ਪਾਸੇ ਇਕੱਠਾ ਕਰਕੇ ਲਟਕਿਆ ਪਿਆ ਸੀ। ਸੌਰੀ, ਮੇਰੇ ਕਰਕੇ ਤੁਸੀਂ ਡਿਸਟਰਬ ਹੋ ਗਏ। ਮੈਨੂੰ ਦਰਅਸਲ ਲਾਸਟ ਮੋਮੈਂਟ 'ਤੇ ਗੱਡੀ ਫੜਨੀ ਪਈ, ਵਰਨਾ ਤਾਂ ਔਨਲਾਈਨ ਹੀ ਮੈਂ ਟਿਕਟ ਬੁੱਕ ਕਰਾ ਲੈਂਦੀ ਹੁੰਦੀ ਹਾਂ। ਕੁੜੀ ਨੇ ਪਿੱਠ ਤੋਂ ਬੈਗ ਲਾ ਕੇ ਆਪਣੇ ਪਿੱਛੇ ਰੱਖ ਕੇ ਢੋਅ ਜਿਹੀ ਲਗਾ ਦਿੱਤੀ। ਗੁਰਨਾਮ ਨੂੰ ਕੋਈ ਗੱਲ ਔੜ ਨਹੀਂ ਸੀ ਰਹੀ, ਪਰ ਇਸ ਤਰ੍ਹਾਂ ਚੁੱਪ ਬੈਠੇ ਰਹਿਣਾ ਵੀ ਇਖਲਾਕਨ ਸਹੀ ਨਹੀਂ ਸੀ ਲੱਗ ਰਿਹਾ। ਕੁੜੀ ਦੀ ਕਹੀ ਗੱਲ ਦਾ ਹੁੰਗਾਰਾ ਭਰਦਿਆਂ ਉਸ ਨੇ ਸਰਸਰੀ ਤੌਰ 'ਤੇ ਪੁੱਛ ਲਿਆ, ਖੈਰੀਅਤ ਸੀ? ਨਹੀਂ ਜੀ, ਘਰੋਂ ਫੋਨ ਆ ਗਿਆ, ਮੇਰੇ ਡੈਡ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਮੰਮਾ ਨੇ ਤੁਰੰਤ ਘਰ ਆਉਣ ਲਈ ਕਿਹਾ। ਅੱਗੇ ਕਦੀ ਉਹ ਇੰਨਾ ਘਬਰਾਉਂਦੇ ਨਹੀਂ ਹਨ, ਪਰ ਅੱਜ ਉਹ ਬਹੁਤ ਪਰੇਸ਼ਾਨ ਸਨ। ਗੁਰਨਾਮ ਹੁਣ ਸਹਿਜ ਜਿਹਾ ਹੋ ਗਿਆ। ਉਸ ਨੂੰ ਸਮਝ ਆ ਗਿਆ ਕਿ ਇਹ ਕੁੜੀ ਪਰੇਸ਼ਾਨੀ ਦੀ ਹਾਲਤ ਵਿੱਚ ਉਸ ਨਾਲ ਸਲੀਪਰ ਸ਼ੇਅਰ ਕਰਨ ਲਈ ਮਜਬੂਰ ਹੋ ਗਈ ਹੈ। ਸਾਰੇ ਹੀ ਮਸਤੀ ਕਰਨ ਵਾਲੇ ਥੋੜ੍ਹੇ ਹੁੰਦੇ ਹਨ। ਕੁੜੀ ਨੇ ਆਪਣੇ ਬੈਗ ਵਿੱਚੋਂ ਕੁਝ ਖਾਣ ਪੀਣ ਦਾ ਸਮਾਨ ਕੱਢਿਆ ਤੇ ਗੁਰਨਾਮ ਵੱਲ ਵੀ ਵਧਾਇਆ। ਦੋਵੇਂ ਪੈਕਟ ਵਿੱਚੋਂ ਖੱਟਾ ਮਿੱਠਾ ਨਮਕੀਨ ਖਾਂਦੇ ਗੱਲਾਂ ਮਾਰਨ ਲੱਗ ਪਈ। ਗੁਰਨਾਮ ਨੇ ਆਪਣੇ ਕੈਨੇਡਾ ਤੋਂ ਆਉਣ ਬਾਰੇ ਦੱਸਿਆ ਤੇ ਕੁੜੀ ਨੇ ਆਪ ਚੰਡੀਗੜ੍ਹ ਕਿਸੇ ਕੰਪਨੀ ਵਿੱਚ ਨੌਕਰੀ ਕਰਦੇ ਹੋਣ ਬਾਰੇ। ਜਦੋਂ ਗੱਲਾਂ ਸਹਿਜ ਹੁੰਦੇ ਹੁੰਦੇ ਨਿੱਜੀ ਹੋਣ ਲੱਗੀਆਂ ਤਾਂ ਗੁਰਨਾਮ ਨੇ ਕੈਨੇਡਾ ਦੇ ਨੌਜਵਾਨਾਂ ਦੇ ਰਹਿਣ ਸਹਿਣ ਤੇ ਉੱਥੋਂ ਦੇ ਮਲਟੀ ਕਲਚਰ ਬਾਰੇ ਦਿਲਚਸਪ ਕਿੱਸੇ ਸੁਣਾਏ। ਕੈਨੇਡਾ ਵਿੱਚ ਤਾਂ ਕਈ ਮੁੰਡੇ ਕੁੜੀਆਂ ਆਪੋ ਆਪਣੀ ਸਹੂਲੀਅਤ ਅਨੁਸਾਰ ਇਕੱਠੇ ਰਹਿਣ ਲਈ ਮਜਬੂਰ ਹੋ ਜਾਂਦੇ ਹਨ। ਕੁੜੀਆਂ ਨੂੰ ਮੁੰਡਿਆਂ ਨਾਲ ਰਹਿਣ ਕਰਕੇ ਆਰਥਿਕ ਸਹਾਰਾ ਹੋ ਜਾਂਦਾ ਤੇ ਮੁੰਡਿਆਂ ਨੂੰ ਖਾਣਾ ਪਕਾਉਣ, ਕੱਪੜੇ ਧੋਣ, ਘਰ ਸਾਫ਼ ਰੱਖਣ ਲਈ ਕੁੜੀਆਂ ਦੀ ਦੋਸਤੀ ਦਾ ਲਾਭ ਹੋ ਜਾਂਦਾ।
ਇਸੇ ਤਰ੍ਹਾਂ ਸਭ ਸਮਝੌਤਾ ਕਰਕੇ ਔਖਾ ਵਕਤ ਕੱਟ ਲੈਂਦੇ ਹਨ। ਇਹ ਸਭ ਕੁਝ ਹੁਣ ਇੰਡੀਆ ਵਿੱਚ ਵੀ ਉਸੇ ਤਰ੍ਹਾਂ ਹੋ ਰਿਹਾ ਜੀ। ਕੋਈ ਫਰਕ ਨਹੀਂ ਰਹਿ ਗਿਆ ਹੁਣ ਫੋਰਨ ਜਾਂ ਇੰਡੀਆ ਵਿੱਚ। ਕੁੜੀ ਨੇ ਨਮਕੀਨ ਖੱਟੇ ਮਿੱਠੇ ਦਾ ਇੱਕ ਚਮਚ ਮੂੰਹ ਵਿੱਚ ਸੁੱਟਦਿਆਂ ਕਿਹਾ ਤਾਂ ਗੁਰਨਾਮ ਦੇ ਕੰਨ ਖੜੇ ਹੋ ਗਏ। ਉਹ ਕਿਵੇਂ? ਹਾਲਾਤ ਇੱਥੇ ਵੀ ਹੁਣ ਕੈਨੇਡਾ ਅਮਰੀਕਾ ਵਰਗੇ ਹੀ ਨੇ। ਸਰਵਾਈਵ ਕਰਨਾ ਔਖਾ ਹੋ ਗਿਆ ਜੀ। ਮੇਰੇ ਪਾਪਾ ਨੇ ਮੇਰੀ ਪੜ੍ਹਾਈ ਲਈ ਬੈਂਕ ਤੋਂ ਸਟੱਡੀ ਲੋਨ ਲਿਆ ਜੋ ਪੂਰਾ ਨਾ ਹੋ ਸਕਿਆ, ਤਾਂ ਕਿਸੇ ਫਾਈਨੈਂਸ ਵਾਲੇ ਤੋਂ ਸੂਦੀ ਪੈਸੇ ਚੱਕ ਮੇਰੀ ਪੜ੍ਹਾਈ ਤੇ ਹੌਸਟਲ ਦਾ ਖਰਚਾ ਪੂਰਾ ਕੀਤਾ। ਪੜ੍ਹਾਈ ਪੂਰੀ ਹੋਈ ਤਾਂ ਕੋਵਿਡ ਨੇ ਦਸਤਕ ਦੇ ਦਿੱਤੀ। 2-3 ਸਾਲਾਂ ਵਿੱਚ ਆਰਥਿਕ ਮੰਦਹਾਲੀ ਨੇ ਸਾਰਾ ਨਕਸ਼ਾ ਹੀ ਬਦਲ ਦਿੱਤਾ। ਜਿਨ੍ਹਾਂ ਕੋਲ ਨੌਕਰੀਆਂ ਸਨ ਉਹਨਾਂ ਦੀਆਂ ਨੌਕਰੀਆਂ ਲੱਗੀਆਂ ਹੋਈਆਂ ਛੁੱਟ ਗਈਆਂ। ਨਵਿਆਂ ਨੂੰ ਕੌਣ ਨੌਕਰੀਆਂ ਦਿੰਦਾ? ਇਹ ਤਾਂ ਸਾਰੀ ਦੁਨੀਆ ਵਿੱਚ ਆਰਥਿਕ ਮੰਦਹਾਲੀ ਦੇ ਰੂਪ ਵਿੱਚ ਵਾਪਰਿਆ। ਗੁਰਨਾਮ ਨੇ ਕੈਨੇਡਾ ਵਿੱਚ ਅਜਿਹੇ ਮਾੜੇ ਹਾਲਾਤ ਵੇਖ ਲਏ ਸਨ ਕੋਵਿਡ ਦੌਰਾਨ। ਸਟੱਡੀ ਪੂਰੀ ਕਰ ਲੈਣ ਬਾਅਦ ਵੀ ਮੈਨੂੰ ਕਿੰਨੀ ਦੇਰ ਨੌਕਰੀ ਨਹੀਂ ਮਿਲੀ। ਉੱਪਰੋਂ ਡੈਡ ਦਾ ਲਿਆ ਹੋਇਆ ਕਰਜ਼ ਸਿਰ ਉੱਤੇ ਤਲਵਾਰ ਵਾਂਗ ਲਟਕ ਰਿਹਾ ਸੀ। ਇਸ ਫਿਕਰ ਕਰਕੇ ਪਾਪਾ ਨੂੰ ਪਹਿਲਾਂ ਵੀ ਹਾਰਟ ਅਟੈਕ ਆ ਚੁੱਕਾ ਤੇ ਹੁਣ ਦੁਬਾਰਾ ਉਸ ਦੀਆਂ ਅੱਖਾਂ ਸ਼ਾਇਦ ਭਰ ਆਈਆਂ ਸਨ। ਗੁਰਨਾਮ ਨੇ ਉਸ ਨੂੰ ਆਪਣੀ ਹੁੱਡੀ ਦੀ ਬਾਂਹ ਨਾਲ ਅੱਖਾਂ ਪੂੰਝਦੇ ਵੇਖਿਆ। ਉਸ ਕੁੜੀ ਦੀ ਉਦਾਸੀ ਤੋਂ ਆਪਣੇ ਆਪ ਨੂੰ ਉਦਾਸ ਹੁੰਦਿਆਂ ਮਹਿਸੂਸ ਕਰ ਉਹ ਆਪਣੇ ਆਪ 'ਤੇ ਹੈਰਾਨ ਹੋਇਆ। ਪਰ ਅਗਲੇ ਹੀ ਪਲ ਉਹ ਇਮੋਸ਼ਨ ਝਟਕ ਕੇ ਉਸ ਪੁੱਛ ਲਿਆ, ਤੁਹਾਡਾ ਕਿਵੇਂ ਸਰਵਾਈਵ ਹੋ ਰਿਹਾ ਫਿਰ? ਮੇਰਾ ਮਤਲਬ ਤੁਹਾਡੀ ਜੌਬ ਵਗੈਰਾ? ਕੁੜੀ ਕੁਝ ਪਲ ਲਈ ਖਾਮੋਸ਼ ਹੋ ਗਈ, ਜਿਵੇਂ ਮੁਨਾਸਿਬ ਲਫ਼ਜ਼ ਢੂੰਡ ਰਹੀ ਹੋਵੇ ਜਵਾਬ ਦੇਣ ਲਈ। ਪਰ ਫਿਰ ਜਿਵੇਂ ਕਿਸੇ ਗੁਬਾਰੇ ਵਿੱਚ ਸੂਈ ਚੋਭ ਦੇਣ ਕਾਰਨ ਠੱਪ ਕਰਕੇ ਸਾਰੀ ਹਵਾ ਨਿਕਲ ਜਾਂਦੀ ਹੈ, ਉਵੇਂ ਹੀ ਉਸ ਦੇ ਅੰਦਰੋਂ ਵੀ ਕੋਈ ਗੁਬਾਰ ਫੁੱਟ ਪਿਆ। ਮੇਰੀ ਜੌਬ? ਹੁਣ ਤੁਹਾਨੂੰ ਕਿਵੇਂ ਸਮਝਾਵਾਂ? ਉਸਨੇ ਡੂੰਘਾ ਹੌਂਕਾ ਭਰਿਆ। ਮੈਂ ਬੜੀ ਕੋਸ਼ਿਸ਼ ਕੀਤੀ ਸੀ ਆਪਣੀ ਡਿਗਰੀ ਮੁਤਾਬਕ ਕੋਈ ਜੌਬ ਕਰਨ ਲਈ, ਪਰ ਜਿਵੇਂ ਤੁਸੀਂ ਜਾਣਦੇ ਹੋ ਕਿ ਪ੍ਰਾਈਵੇਟ ਸੈਕਟਰ ਵਿੱਚ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ, ਖਾਸ ਤੌਰ 'ਤੇ ਕੁੜੀਆਂ ਨੂੰ। ਖੂਬਸੂਰਤ, ਸਮਾਰਟ ਤੇ ਫਰ ਇੰਗਲਿਸ਼ ਬੋਲਣ ਦੇ ਨਾਲ ਮਲਟੀਟਾਸਕਿੰਗ ਹੋਣਾ ਬਹੁਤ ਜ਼ਰੂਰੀ ਹੈ। ਯਾਨੀ ਤੁਹਾਡੀ ਕਾਬਲੀਅਤ ਤੋਂ ਜ਼ਿਆਦਾ ਤੁਹਾਡੀ ਫਿਜ਼ੀਕਲ ਅਪੀਅਰਿੰਗ ਨੂੰ ਵੇਖਿਆ ਜਾਂਦਾ। ਪਰ ਮੈਂ, ਉਸਨੇ ਮੋਢੇ ਜਿਹੇ ਮਾਰ ਆਪਣੇ ਵੱਲ ਇਸ ਤਰ੍ਹਾਂ ਇਸ਼ਾਰਾ ਕੀਤਾ ਜਿਵੇਂ ਕਹਿ ਰਹੀ ਹੋਵੇ ਕਿ ਮੈਂ ਖੂਬਸੂਰਤੀ ਦੇ ਮਾਪਦੰਡ 'ਤੇ ਕਿੱਥੇ ਪੂਰੀ ਉਤਰਦੀ ਹਾਂ। ਹੁਣ ਤਾਂ ਹਰ ਜਗ੍ਹਾ ਹੀ ਗਲਾ ਕਾਟ ਕੰਪੀਟੀਸ਼ਨ ਹੈ ਮੈਡਮ ਜੀ। ਸਮੇਂ ਦੀ ਰਫ਼ਤਾਰ ਨਾਲ ਹੁਣ ਤੁਰਨਾ ਨਹੀਂ, ਸਗੋਂ ਦੌੜਨਾ ਪੈ ਰਿਹਾ। ਮੈਂ ਕੈਨੇਡਾ ਵਿੱਚ ਕੁੜੀਆਂ ਨੂੰ ਮਿਹਨਤ ਕਰਦਿਆਂ ਵੇਖਦਾ ਜਿਵੇਂ ਇਹਨਾਂ ਦੇ ਪੈਰਾਂ ਹੇਠ ਪਹੀਏ ਲਗਾ ਰੱਖੇ ਹੋਣ। ਦਿਨ ਰਾਤ ਦੀ ਕੋਈ ਸੁਰਤ ਨਹੀਂ, ਆਰਾਮ ਦਾ ਪਤਾ ਨਹੀਂ। ਤੁਸੀਂ ਤਾਂ ਫਿਰ ਵੀ ਘਰ ਵਾਲਿਆਂ ਦੇ ਨੇੜੇ ਹੋ, ਪਰ ਬਾਹਰ ਗਈਆਂ ਕੁੜੀਆਂ ਦਾ ਦੁੱਖ ਦਰਦ ਵੇਖਣ ਜਾਂ ਸਹਾਰਾ ਦੇਣ ਵਾਲਾ ਕੋਈ ਨਹੀਂ ਹੁੰਦਾ। ਗੁਰਨਾਮ ਦੀਆਂ ਅੱਖਾਂ ਅੱਗੇ ਰੈਸਟੋਰੈਂਟਾਂ, ਟਿਮ ਹਾਰਟਨਾਂ, ਪੈਟਰੋਲ ਪੰਪਾਂ ਉੱਤੇ ਕੰਮ ਕਰਦੀਆਂ ਕੁੜੀਆਂ ਘੁੰਮ ਗਈਆਂ। ਉਸ ਕੁੜੀ ਦੇ ਸੀਨੇ ਵਿੱਚੋਂ ਇਸ ਤਰ੍ਹਾਂ ਹੌਂਕਾ ਨਿਕਲਿਆ ਜਿਵੇਂ ਅੰਦਰ ਕੁਝ ਸੁਲਗ ਉੱਠਿਆ ਹੋਵੇ। ਮੈਂ ਇੱਕ ਦੂਰ ਦਰਾਜ਼ ਪਹਾੜੀ ਪਿੰਡ ਦੇ ਗੌਰਮੈਂਟ ਸਕੂਲ ਵਿੱਚ ਪੜ੍ਹੀ ਹੋਈ ਹਿੰਦੀ ਮੀਡੀਅਮ ਕੁੜੀਆਂ। ਮੈਂ ਇੰਗਲਿਸ਼ ਮੀਡੀਅਮ ਕੁੜੀਆਂ ਦਾ ਮੁਕਾਬਲਾ ਨਹੀਂ ਕਰ ਸਕੀ। ਇਸੇ ਲਈ ਸ਼ਾਇਦ ਮੈਂ 4 ਥਾਵਾਂ 'ਤੇ ਨੌਕਰੀ ਕੀਤੀ, ਪਰ ਕੁਝ ਹੀ ਸਮੇਂ ਬਾਅਦ ਮੈਨੂੰ ਬਿਨਾਂ ਕੋਈ ਕਾਰਨ ਦੱਸੇ ਨੌਕਰੀ ਤੋਂ ਕੱਢ ਦਿੱਤਾ ਗਿਆ। ਮੇਰੀ ਡਿਗਰੀ, ਪੜ੍ਹਾਈ, ਜ਼ਹਾਨਤ ਕਿਸੇ ਕੰਮ ਨਹੀਂ ਆਈ। ਨਾ ਮੈਂ ਕਿਸੇ ਨੂੰ ਇੰਪ੍ਰੈਸ ਕਰ ਸਕੀ, ਪਰ ਘਰਦਿਆਂ ਨੂੰ ਮੈਂ ਇਹ ਦੱਸ ਨਹੀਂ ਸਕੀ। ਡੈਡ ਦੇ ਸਿਰ 'ਤੇ ਚੜ੍ਹਿਆ ਕਰਜ਼ਾ ਸੂਦ ਕਾਰਨ ਡਬਲ ਹੋ ਚੁੱਕਾ ਸੀ। ਡੈਡ ਹਾਰਟ ਮਰੀਜ਼ ਹੋ ਗਏ, ਇਸੇ ਲਈ ਅਚਾਨਕ ਉਹ ਖਾਮੋਸ਼ ਹੋ ਗਈ। ਇਸੇ ਲਈ ਗੁਰਨਾਮ ਦਾ ਜਿਵੇਂ ਤਰਾਹ ਨਿਕਲ ਗਿਆ। ਪਤਾ ਨਹੀਂ ਉਹ ਕੀ ਕਹਿਣਾ ਚਾਹ ਰਹੀ ਸੀ। ਇਸੇ ਲਈ ਮਜਬੂਰਨ ਮੈਨੂੰ ਇੱਕ ਸ਼ੂਗਰ ਡੈਡੀ ਦੀ ਸ਼ੂਗਰ ਬੇਬੀ ਬਣ ਉਸ ਦੀ ਪਨਾਹ ਲੈਣੀ ਪਈ। ਉਸਨੇ ਸਖਤੀ ਨਾਲ ਬੁੱਲ ਚਿੱਥ ਲਈ। ਸ਼ੂਗਰ ਡੈਡੀ? ਮੈਨੂੰ ਇਸ ਕੰਪਨੀ ਬਾਰੇ ਕੁਝ ਨਹੀਂ ਪਤਾ। ਮੈਂ ਦਰਅਸਲ ਬਹੁਤਾ ਸੋਸ਼ਲ ਟਾਈਪ ਨਹੀਂ ਹਾਂ। ਆਪਣੇ ਕੰਮ ਵਿੱਚ ਹੀ ਇੰਨਾ ਬਿਜ਼ੀ ਰਹਿੰਦਾ ਕਿ ਕੋਈ ਗੱਲ ਨਹੀਂ, ਤੁਹਾਨੂੰ ਅਗਰ ਨਹੀਂ ਪਤਾ ਤਾਂ ਮੈਂ ਦੱਸਦੀ ਹਾਂ। ਦਰਅਸਲ ਇਹ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਬਹੁਤ ਗਰੋ ਕਰਨ ਵਾਲੀ ਪਾਪੂਲਰ ਕੰਪਨੀ ਆ, ਬਲਕਿ ਹੁਣ ਤਾਂ ਇੰਡਸਟਰੀ ਕਹਿ ਸਕਦੇ ਹੋ। ਗੁਰਨਾਮ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ। ਕੈਨੇਡਾ ਵਰਗੇ ਅਤ ਵਿਕਸਿਤ ਮੁਲਕ ਵਿੱਚ ਰਹਿੰਦੇ ਹੋਏ ਵੀ
ਉਹ ਦੁਨੀਆ ਦੀਆਂ ਖਬਰਾਂ ਤੋਂ ਕਿੰਨਾ ਅਣਜਾਣ ਸੀ। ਆਪਣੀ ਲਾਇਲਮੀ ਤੋਂ ਸ਼ਰਮਿੰਦਾ ਹੁੰਦਿਆਂ ਉਸਨੇ ਹੱਸ ਕੇ ਕਿਹਾ, ਤੁਸੀਂ ਦੱਸੋ ਮੈਨੂੰ, ਕਿਸ ਤਰ੍ਹਾਂ ਦੀ ਇੰਡਸਟਰੀ ਹੈ ਇਹ? ਮੈਨੂੰ ਵੀ ਨੌਲੇਜ ਹੋ ਜਾਵੇਗਾ। ਸ਼ਾਇਦ ਇਸੇ ਕਰਕੇ ਰੱਬ ਨੇ ਮੈਨੂੰ ਤੁਹਾਡੇ ਨਾਲ ਮਿਲਾਇਆ ਕਿ ਮੈਨੂੰ ਅੱਜ ਇਹ ਗਿਆਨ ਹਾਸਲ ਹੋ ਸਕੇ। ਸ਼ੂਗਰ ਡੈਡੀ ਹੁਣ ਮੈਂ ਤੁਹਾਨੂੰ ਕਿਵੇਂ ਸਮਝਾਵਾਂ? ਉਸਨੇ ਡੂੰਘਾ ਜਿਹਾ ਹੌਂਕਾ ਲਿਆ। ਇਹ ਇੱਕ ਐਸੀ ਇੰਡਸਟਰੀ ਹੈ ਜਿਸ ਨੂੰ ਕੁਝ ਪੈਸੇ ਵਾਲੇ ਬੁੱਢੇ ਲੋਕ ਚਲਾਉਂਦੇ ਹਨ। ਉਹ ਹੱਸੀ। ਦਰਅਸਲ ਅੱਜ ਕੱਲ੍ਹ ਦੁਨੀਆ ਵਿੱਚ ਵੱਡੀ ਉਮਰ ਦੇ ਲੋਕ, ਜਿਨ੍ਹਾਂ ਵਿੱਚ ਮਰਦ ਵੀ ਨੇ ਤੇ ਔਰਤਾਂ ਵੀ, ਜਿਨ੍ਹਾਂ ਦੀ ਉਮਰ ਦੇ ਪਿਛਲੇਰੇ ਸਾਲਾਂ ਵਿੱਚ ਘਰ ਪਰਿਵਾਰ ਦੇ ਲੋਕਾਂ ਕੋਲ ਉਹਨਾਂ ਲਈ ਵਕਤ ਨਹੀਂ ਹੁੰਦਾ। ਉਹ ਅਧਖੜ ਬਜ਼ੁਰਗ ਲੋਕ ਇਕੱਲਤਾ ਦੀ ਬੋਰੀਅਤ ਨੂੰ ਦਿਲਚਸਪੀ ਵਿੱਚ ਬਦਲਣ ਲਈ ਜਵਾਨ ਪਾਰਟਨਰ ਹਾਇਰ ਕਰ ਲੈਂਦੇ ਹਨ। ਪਹਿਲਾਂ ਦੇ ਵੇਲਿਆਂ ਵਿੱਚ ਜਦੋਂ ਅਜਿਹੇ ਲੋਕਾਂ ਕੋਲ ਸੁਵਿਧਾਵਾਂ ਨਹੀਂ ਸਨ ਹੁੰਦੀਆਂ ਤਾਂ ਉਹ ਇਕਲਾਪੇ ਦੇ ਡਿਪਰੈਸ਼ਨ ਨਾਲ ਹੀ ਮਰ ਖੱਪ ਜਾਂਦੇ ਸਨ। ਪਰ ਹੁਣ ਕੀ? ਗੁਰਨਾਮ ਦਿਲਚਸਪੀ ਨਾਲ ਉਸ ਦੀਆਂ ਗੱਲਾਂ ਸੁਣ ਰਿਹਾ ਸੀ। ਹੁਣ ਤਾਂ ਹਰ ਕਿਸੇ ਕੋਲ ਪੈਸਾ, ਸਹੂਲਤਾਂ ਨੇ, ਵਸੀਲੇ ਨੇ। ਹੁਣ ਕੋਈ ਇਕੱਲਾ ਨਹੀਂ ਰਹਿਣਾ ਚਾਹੁੰਦਾ। ਉਹ ਕਿਸੇ ਨਾ ਕਿਸੇ ਦਾ ਸਹਾਰਾ ਲੱਭ ਹੀ ਲੈਂਦੇ ਹਨ, ਜਿਨ੍ਹਾਂ ਦੀ ਉਹ ਆਰਥਿਕ ਮਦਦ ਕਰ ਸਕਣ ਤੇ ਬਦਲੇ ਵਿੱਚ ਉਹਨਾਂ ਦਾ ਸਾਥ ਪ੍ਰਾਪਤ ਕਰ ਸਕਣ। ਉਹ ਹੱਸੀ। ਇਹ ਸਭ ਕੀ ਇੰਡੀਆ ਵਿੱਚ ਹੁੰਦਾ? ਗੁਰਨਾਮ ਨੂੰ ਜਾਪਿਆ ਜਿਵੇਂ ਉਹ ਹੁਣ ਤੱਕ ਕਿਸੇ ਅਵਿਕਸਿਤ ਆਦੀਵਾਸੀ ਜਜ਼ੀਰੇ ਉੱਤੇ ਰਹਿੰਦਾ ਰਿਹਾ ਹੈ, ਜਿੱਥੇ ਆਧੁਨਿਕਤਾ ਦਾ ਅਜਿਹਾ ਪਰਛਾਵਾਂ ਵੀ ਨਹੀਂ ਪਿਆ ਹੋਇਆ। ਇਹ ਸਭ ਹਰ ਥਾਂ ਹੋ ਰਿਹਾ ਦੋਸਤ। ਹਰ ਸ਼ਹਿਰ ਵਿੱਚ ਅਜਿਹੀਆਂ ਸ਼ੂਗਰ ਮੌਮ ਤੇ ਸ਼ੂਗਰ ਡੈਡੀ ਮਿਲ ਜਾਣਗੇ। ਬਲਕਿ ਹੁਣ ਤਾਂ ਪ੍ਰਾਈਵੇਟ ਕੰਪਨੀਆਂ ਨੇ ਬਾਜ਼ਾਬਤਾ ਵੈਬਸਾਈਟਸ ਖੋਲ੍ਹ ਰੱਖੀਆਂ ਨੇ ਇਹ ਸਰਵਿਸਿਜ਼ ਦੇਣ ਲਈ। ਇਹਨਾਂ ਦੇ ਟਾਰਗੇਟ ਖਾਸ ਤੌਰ 'ਤੇ ਬੇਰੁਜ਼ਗਾਰ ਨੌਜਵਾਨ ਤੇ ਪੜ੍ਹਾਈ ਕਰਦੇ ਸਟੂਡੈਂਟਸ ਹੁੰਦੇ ਹਨ, ਜੋ ਕੁਝ ਮਜਬੂਰੀ ਵਸ ਤੇ ਕੁਝ ਐਸ਼ਪ੍ਰਸਤੀ ਕਰਕੇ ਇਹਨਾਂ ਸੌਖੇ ਰਾਹਾਂ 'ਤੇ ਚੱਲ ਪੈਂਦੇ ਹਨ। ਤੇ ਤੁਸੀਂ ਕੀ ਕਰ ਰਹੇ ਹੋ? ਗੁਰਨਾਮ ਗੌਰ ਨਾਲ ਉਸ ਬੇਬਾਕ ਕੁੜੀ ਨੂੰ ਨੀਮ ਹਨੇਰੇ ਵਿੱਚ ਵੇਖਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਕੋਲੋਂ ਅੱਜ ਉਸਨੇ ਨਵੀਂ ਦੁਨੀਆ ਦੇ ਗਿਆਨ ਦਾ ਨਵਾਂ ਹੀ ਐਪੀਸੋਡ ਸੁਣਿਆ ਸੀ। ਮੈਂ ਵੀ 2 ਸਾਲਾਂ ਤੋਂ ਇੱਥੇ ਇੱਕ ਅਜਿਹੇ ਹੀ ਸ਼ੂਗਰ ਡੈਡੀ ਦੀ ਸ਼ੂਗਰ ਬੇਬੀ ਬਣ ਕੇ ਰਹਿ ਰਹੀ ਹਾਂ। ਉਹ ਮੇਰੇ ਸਭ ਖਰਚੇ ਤੇ ਜ਼ਰੂਰਤਾਂ ਪੂਰੀਆਂ ਕਰਦਾ। ਰਹਿਣ ਲਈ ਮੈਨੂੰ ਉਸ ਦੀ ਕੋਠੀ ਵਿੱਚ ਵਧੀਆ ਕਮਰਾ ਮਿਲਿਆ ਹੋਇਆ, 30,000 ਮਹੀਨਾ ਸੈਲਰੀ ਵੀ ਦਿੰਦਾ, ਜੋ ਮੈਂ ਸਾਰੀ ਦੀ ਸਾਰੀ ਆਪਣੇ ਮੰਮੀ ਪਾਪਾ ਨੂੰ ਭੇਜ ਸਕਦੀ ਹਾਂ ਹਰ ਮਹੀਨੇ, ਤਾਂ ਕਿ ਕਰਜ਼ਾ ਲੱਥ ਸਕੇ। ਉਹ ਛੇਤੀ ਚਮਚ ਚਲਾਉਂਦੀ ਨਮਕੀਨ ਖਾ ਰਹੀ ਸੀ, ਜੋ ਅੱਧ ਪਚੱਦਾ ਉਸ ਦੇ ਮੂੰਹ ਵਿੱਚ ਪੈ ਰਿਹਾ ਸੀ ਤੇ ਬਹੁਤਾ ਉਸ ਦੇ ਕੱਪੜਿਆਂ 'ਤੇ ਖਿੱਲਰ ਰਿਹਾ ਸੀ। ਗੁਰਨਾਮ ਡਿੱਗਦੇ ਜਾ ਰਹੇ ਨਮਕੀਨ ਦੇ ਕਣਾਂ ਵਿੱਚੋਂ ਉਸ ਦੇ ਅੰਦਰ ਦੇ ਖਿਲਾਰੇ ਨੂੰ ਵੇਖ ਰਿਹਾ ਸੀ, ਪਰ ਕੁਝ ਪੁੱਛਣ ਦਾ ਹੌਸਲਾ ਨਹੀਂ ਸੀ ਪੈ ਰਿਹਾ। ਕੁੜੀ ਨੇ ਵੀ ਸਿਰ ਚੁੱਕ ਕੇ ਉਸ ਵੱਲ ਨਹੀਂ ਸੀ ਵੇਖਿਆ, ਸਗੋਂ ਸ਼ੀਸ਼ਿਆਂ ਵਿੱਚ ਬਾਹਰ ਫੈਲੀ ਕਾਲੇ ਬੋਲੇ ਹਨੇਰੇ ਨੂੰ ਤੱਕਦੀ ਰਹੀ, ਜਿਵੇਂ ਹਨੇਰੇ ਵਿੱਚ ਕਿਸੇ ਸਿਤਾਰੇ ਦੇ ਚਮਕਣ ਦੀ ਉਮੀਦ ਕਰ ਰਹੀ ਹੋਵੇ। ਇਸ ਸ਼ੂਗਰ ਡੈਡੀ ਨਾਲ ਤੁਸੀਂ ਮਿਲੇ ਕਿਸ ਤਰ੍ਹਾਂ? ਗੁਰਨਾਮ ਦੀ ਉਤਸੁਕਤਾ ਵੱਧ ਗਈ ਸੀ। ਮੇਰੇ ਬॉयਫ੍ਰੈਂਡ ਨੇ। ਕੀ? ਗੁਰਨਾਮ ਹੈਰਾਨ ਰਹਿ ਗਿਆ। ਹਾਂਜੀ, ਅਸਲ ਵਿੱਚ ਮੈਂ ਤੇ ਮੇਰਾ ਬॉयਫ੍ਰੈਂਡ ਇਕੱਠੇ ਹੀ ਇੱਥੇ ਕਾਲਜ ਵਿੱਚ ਪੜ੍ਹਦੇ ਸਾਂ। ਮੇਰੇ ਡੈਡ ਨੂੰ ਜਦ ਹਾਰਟ ਅਟੈਕ ਆਇਆ ਤੇ ਮੇਰੀ ਆਰਥਿਕ ਹਾਲਤ ਕਾਰਨ ਮੈਂ ਪਰੇਸ਼ਾਨ ਰਹਿਣ ਲੱਗ ਪਈ। ਤਦੇ ਉਸਨੇ ਮੈਨੂੰ ਆਪਣੇ ਬਾਰੇ ਦੱਸਿਆ ਕਿ ਉਹ ਵੀ ਕਿਸੇ ਸ਼ੂਗਰ ਮੌਮ ਦਾ ਸ਼ੂਗਰ ਬੇਬੀ ਬਣ ਕੇ ਆਪਣੇ ਖਰਚੇ ਪੂਰੇ ਕਰ ਰਿਹਾ। ਫਿਰ ਜਦ ਮੈਨੂੰ ਜੌਬ ਨਾ ਮਿਲ ਸਕੀ ਤਾਂ ਉਸਨੇ ਹੀ ਪਤਾ ਨਹੀਂ ਕਿਵੇਂ ਇਸ ਸ਼ੂਗਰ ਡੈਡੀ ਨਾਲ ਮੈਨੂੰ ਮਿਲਵਾ ਦਿੱਤਾ। ਸਾਰੀਆਂ ਸ਼ਰਤਾਂ ਵੀ ਉਸ ਦੇ ਸਾਹਮਣੇ ਹੀ ਤੈਅ ਹੋ ਗਈਆਂ ਸਨ। ਮੈਂ ਇੱਥੇ ਉਸ ਦਾ ਖਿਆਲ ਰੱਖਦੀ ਹਾਂ। ਵੈਸੇ ਵੀ ਉਹ 75 ਵਰ੍ਹਿਆਂ ਤੋਂ ਉੱਪਰ ਦੀ ਉਮਰ ਦਾ ਹੈ। 75 ਵਰ੍ਹਿਆਂ ਦੀ ਉਮਰ ਕੀ ਆਖਦੀ ਹੈ? ਇਹ ਵੱਖਰੀ ਗੱਲ ਹੈ ਕਿ ਬੰਦਾ ਅਗਰ ਇਮਾਨਦਾਰ ਹੋਵੇ ਤਾਂ ਅਮਾਨਤ ਵਿੱਚ ਖਿਆਨਤ ਨਹੀਂ ਕਰਦਾ। ਜੀ ਬਿਲਕੁਲ, ਮੈਂ ਇਸੇ ਲਈ ਉਸ ਦੇ ਨਾਲ ਹਾਂ। ਉਸ ਨਾਲ ਨਿੱਜੀ ਪਾਰਟੀਆਂ ਵਿੱਚ ਜਾਂਦੀ ਹਾਂ, ਉਸ ਦੇ ਦੋਸਤਾਂ ਨਾਲ ਖਾਣਾ ਅਤੇ ਡਰਿੰਕਸ ਬਣਾਉਂਦੀ ਹਾਂ, ਉਸ ਦੀਆਂ ਬਾਕੀ ਸਾਰੀਆਂ ਜ਼ਰੂਰਤਾਂ ਦਾ ਖਿਆਲ ਰੱਖਦੀ ਹਾਂ। ਉਸ ਨਾਲ ਬੈਠ ਵਾਈਨ ਵੀ ਪੀਂਦੀ ਹਾਂ। ਕਦੀ ਉਸ ਦੇ ਦੋਸਤ ਦਾਰੂ ਪੀ ਕੇ ਹੱਦਾਂ ਟੱਪ ਜਾਂਦੇ ਹਨ, ਚੰਗਾ ਸਲੂਕ ਨਹੀਂ ਕਰਦੇ ਮੇਰੇ ਨਾਲ, ਪਰ ਮੈਂ ਚੁੱਪ ਰਹਿੰਦੀ ਹਾਂ, ਕਿਉਂਕਿ ਇਸ ਪੱਥਰਾਂ ਦੇ ਸ਼ਹਿਰ ਵਿੱਚ ਮੇਰਾ ਦਰਦ ਸਮਝਣ ਵਾਲਾ ਕੋਈ ਨਹੀਂ। ਗੁਰਨਾਮ ਦਾ ਦਿਲ ਕੀਤਾ ਗੱਡੀ ਦਾ ਸ਼ੀਸ਼ਾ ਤੋੜ ਦੇਵੇ, ਤਾਂ ਕਿ ਬਾਹਰ ਦੀ ਤਾਜ਼ੀ ਹਵਾ ਦਾ ਕੋਈ ਝੋਂਕਾ ਅੰਦਰ ਆ ਕੇ ਉਸ ਘੁੱਟਣ ਨੂੰ ਆਪਣੇ ਨਾਲ ਵਹਾ ਕੇ ਲੈ ਜਾ ਸਕੇ, ਜੋ ਉਸ ਤੋਂ ਬਰਦਾਸ਼ਤ ਨਹੀਂ ਸੀ ਹੋ ਰਹੀ।
ਕੁੜੀ ਸ਼ਾਇਦ ਆਪਣੇ ਦਿਲ ਦਾ ਸਾਰਾ ਗੁਬਾਰ ਕੱਢ ਕੇ ਹੌਲੀ ਹੋ ਗਈ ਸੀ। ਤਾਂ ਹੀ ਹੁਣ ਉਹ ਬੇਫਿਕਰੀ ਜਿਹੀ ਨਾਲ ਕੰਨਾਂ ਵਿੱਚ ਏਅਰਫੋਨ ਲਗਾ ਕੇ ਕੋਨੇ ਵਿੱਚ ਸੁੰਗੜ ਕੇ ਅੱਧ ਲੇਟੀ ਜਿਹੀ ਪੈ ਗਈ। ਗੁਰਨਾਮ ਵੀ ਦੂਜੇ ਕੋਨੇ ਵਿੱਚ ਆਪਣੀਆਂ ਲੱਤਾਂ ਛਾਤੀ ਨਾਲ ਮੋੜ ਕੇ ਮੂੰਹ ਦੂਜੇ ਪਾਸੇ ਕਰਕੇ ਪੈ ਗਿਆ। ਗੱਡੀ ਵਾਹੋ ਦਾ ਹੀ ਭੱਜੀ ਜਾ ਰਹੀ ਸੀ। ਅਚਾਨਕ ਪਤਾ ਨਹੀਂ ਕੀ ਹੋਇਆ ਕਿ ਗੁਰਨਾਮ ਉੱਠ ਕੇ ਬੈਠ ਗਿਆ। ਉਸ ਨੂੰ ਅੱਬੜਵਾਈ ਉੱਠਦੇ ਵੇਖ ਕੁੜੀ ਵੀ ਇੱਕ ਝਟਕੇ ਨਾਲ ਉੱਠ ਬੈਠੀ। ਕੀ ਹੋਇਆ? ਉਸ ਘਬਰਾ ਕੇ ਪੁੱਛਿਆ। ਤੇਰਾ ਉਹ ਬॉयਫ੍ਰੈਂਡ ਕਿੱਥੇ ਆ ਹੁਣ? ਪਤਾ ਨਹੀਂ ਕਿਹੋ ਜਿਹਾ ਸਵਾਲ ਸੀ। ਕੁੜੀ ਹੈਰਾਨ ਰਹਿ ਗਈ। ਆਪਣੀ ਸ਼ੂਗਰ ਮੌਮ ਨਾਲ ਆਸਟ੍ਰੇਲੀਆ ਚਲਾ ਗਿਆ, ਉਸ ਦੱਸਿਆ। ਆਸਟ੍ਰੇਲੀਆ ਚਲਾ ਗਿਆ ਤੇ ਤੂੰ ਕੀ ਕਰੇਂਗੀ? ਕੀ ਇਸੇ ਤਰ੍ਹਾਂ ਸਾਰੀ ਉਮਰ ਇਹਨਾਂ ਸ਼ੂਗਰ ਡੈਡੀਆਂ ਦੀ ਖਿਦਮਤ ਕਰਦੀ ਕਰਦੀ ਬੁੱਢੀ ਹੋ ਜਾਏਗੀ? ਕੁੜੀ ਹਲਕਾ ਜਿਹਾ ਖੜਾਕਾ ਮਾਰ ਹੱਸ ਪਈ ਤੇ ਫਿਰ ਜਿਵੇਂ ਅਚਾਨਕ ਕਿਸੇ ਨੇ ਉਸ ਦੇ ਮੂੰਹ 'ਤੇ ਹੱਥ ਰੱਖ ਉਸ ਦਾ ਹਾਸਾ ਅੰਦਰ ਹੀ ਘੁੱਟ ਦਿੱਤਾ। ਉਹ ਫਸਫਸਾਉਂਦੀ ਜੀ ਬੋਲੀ, ਹੋਰ ਮੈਂ ਕੀ ਕਰ ਸਕਦੀ ਹਾਂ? ਘਰਦਿਆਂ ਨੂੰ ਤਾਂ ਦੱਸ ਨਹੀਂ ਸਕਦੀ ਕਿ ਮੇਰੀ ਜਿਸ ਪੜ੍ਹਾਈ ਕਰਕੇ ਉਹ ਬੈਂਕ ਦੇ ਕਰਜ਼ਿਆਂ ਹੇਠ ਦੱਬ ਗਈ, ਉਹ ਪੜ੍ਹਾਈ ਨੇ ਮੈਨੂੰ ਕਿਸੇ ਜੌਬ ਲਾਇਕ ਸੁੰਦਰਤਾ ਤੇ ਸਟਾਈਲ ਨਹੀਂ ਦਿੱਤਾ। ਨਾ ਇਹ ਦੱਸ ਸਕਦੀ ਹਾਂ ਕਿ ਮੈਂ ਕਿਸੇ ਕੰਪਨੀ ਦੀ ਨਹੀਂ, ਸਗੋਂ ਕਿਸੇ ਸ਼ੂਗਰ ਡੈਡੀ ਦੀ ਪ੍ਰਾਈਵੇਟ ਜੌਬ ਕਰ ਰਹੀ ਹਾਂ। ਉਸਨੇ ਬੁਰੀ ਤਰ੍ਹਾਂ ਆਪਣੇ ਬੁੱਲ ਚਿੱਥ ਲਈ। ਗੁਰਨਾਮ ਹਨੇਰੇ ਵਿੱਚ ਵੀ ਉਸ ਦੀਆਂ ਅੱਖਾਂ ਦੀ ਸੇਜਲ ਵੇਖ ਸਕਦਾ ਸੀ। ਮੇਰੇ ਨਾਲ ਵਿਆਹ ਕਰੇਂਗੀ? ਉਸਨੇ ਅਚਾਨਕ ਜਿਵੇਂ ਬੰਦ ਮੁੱਠੀ ਉਸ ਦੇ ਸਾਹਮਣੇ ਖੋਲ੍ਹ ਦਿੱਤੀ। ਇਹ ਸਵਾਲ ਸੀ ਜਾਂ ਕੋਈ ਹੱਥ ਗੋਲਾ ਜੋ ਉਸ ਅਜਨਬੀ ਨੇ ਉਸ ਦੇ ਮੱਥੇ ਵੱਲ ਵਗਾਹ ਮਾਰਿਆ ਸੀ। ਕੀ ਤੇਰਾ ਦਿਮਾਗ ਠੀਕ ਆ? ਹਾਂ ਠੀਕ ਹੈ। ਬੋਲ, ਮੇਰੇ ਨਾਲ ਵਿਆਹ ਕਰੇਂਗੀ? ਮੈਂ 1 ਮਹੀਨੇ ਲਈ ਇੱਥੇ ਹਾਂ। ਆਪਾਂ ਬਿਲਕੁਲ ਸਾਦਾ ਜਿਹਾ ਵਿਆਹ ਕਰਕੇ ਚਲੇ ਜਾਵਾਂਗੇ ਵਾਪਸ ਕੈਨੇਡਾ, ਇਹਨਾਂ ਸ਼ੂਗਰ ਮੰਮੀਆਂ ਅਤੇ ਸ਼ੂਗਰ ਡੈਡੀਆਂ ਤੋਂ ਬਹੁਤ ਦੂਰ। ਕੁੜੀ ਬੇਯਕੀਨੀ ਜਿਹੀ ਨਾਲ ਡੌਰ-ਭੌਰ ਹੋਈ ਉਸ ਵੱਲ ਵੇਖਣ ਲੱਗੀ, ਜਿਸ ਦਾ ਉਹ ਹੁਣ ਤੱਕ ਨਾਂ ਵੀ ਨਹੀਂ ਸੀ ਜਾਣਦੀ। ਪਰ ਉਸਨੂੰ ਜਵਾਬ ਨਹੀਂ ਸੀ ਸੁੱਝ ਰਿਹਾ। ਪਰ ਕੁਝ ਨਹੀਂ, ਮੇਰੇ ਤੇ ਭਰੋਸਾ ਕਰ, ਮੈਂ ਮਾੜਾ ਬੰਦਾ ਨਹੀਂ ਹਾਂ। ਕੀ ਸੱਚਮੁੱਚ? ਉਹ ਹੱਸੀ। ਹਾਂ ਸੱਚਮੁੱਚ। ਵੈਸੇ ਇੱਕ ਗੱਲ ਦੱਸਾਂ, ਮੇਰਾ ਨਾਂ ਗੁਰਨਾਮ ਹੈ ਤੇ ਮੇਰਾ ਸਿਮਰਜੀਤ। ਉਹ ਗੜਾਕਾ ਮਾਰ ਹੱਸੀ ਤੇ ਦੋਹਾਂ ਨੇ ਇੱਕ ਦੂਜੇ ਦੇ ਹੱਥ ਫੜ ਲਈ। ਦੋਵੇਂ ਬਾਹਰਲੇ ਹਨੇਰੇ 'ਚੋਂ ਚੰਨ ਨੂੰ ਦੇਖਣ ਲੱਗੇ ਜੋ ਉਹਨਾਂ ਦੇ ਨਾਲ ਨਾਲ ਤੁਰਦਾ ਰਾਹ ਦਿਖਾ ਰਿਹਾ ਸੀ। ਤੁਸੀਂ ਸੁਣ ਰਹੇ ਸੀ ਕਹਾਣੀਕਾਰ ਸੁਰਿੰਦਰ ਨੀਰ ਜੀ ਦੀ ਲਿਖੀ ਕਹਾਣੀ। ਉਮੀਦ ਹੈ ਗੁਰਨਾਮ ਦਾ ਇਹ ਝਟਪਟ ਕੀਤਾ ਗਿਆ ਫੈਸਲਾ ਤੇ ਉਸ ਨੂੰ ਇਸ ਝੰਜੜ ਵਿੱਚੋਂ ਕੱਢਣ ਲਈ, ਇੱਕ ਨਵਾਂ ਰਾਹ ਦੇਣ ਲਈ ਜਿਹੜੀ ਇਹ ਕੋਸ਼ਿਸ਼ ਸੀ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਚੰਗਾ ਲੱਗਿਆ ਆਪਣੇ ਵਿਚਾਰ ਵੀ ਜ਼ਰੂਰ ਲਿਖ ਕੇ ਦੱਸਿਓ। ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਸੁਣਨ ਲਈ ਬਹੁਤ ਬਹੁਤ ਧੰਨਵਾਦ।